श्रोमणी अकाली दल जिंदाबाद, बहुजन समाज पार्टी जिंदाबाद, डॉक्टर जसप्रीत सिंह बीजा जिंदाबाद, इधर जिंदाबाद, बहुजन समाज पार्टी जिंदाबाद, डॉक्टर जसप्रीत सिंह बीजा जिंदाबाद, सरदार सुखबीर सिंह बादल जिंदाबाद, सरदार सुखबीर सिंह बादल जिंदाबाद, सरदार बिक्रम सिंह मजीठिया जिंदाबाद। 20 ਤਰੀਕ ਨੂੰ ਜੋ ਇਲੈਕਸ਼ਨ ਹੋਣ ਜਾ ਰਹੀ ਆ ਉਸ ਦੇ ਸੰਬੰਧ ਦੇ ਵਿੱਚ ਡਾਕਟਰ ਜਸਪ੍ਰੀਤ ਸਿੰਘ ਜੀ ਜਿਹੜੇ ਇੱਥੋਂ ਦੇ ਉਮੀਦਵਾਰ ਨੇ ਉਹ ਤੁਹਾਡੇ ਨਗਰ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਪਹੁੰਚਣ ਵਾਲੇ ਨੇ। ਉਹ ਤੁਹਾਡੇ ਚਰਨਾਂ ਦੇ ਵਿੱਚ ਵੀ ਆਪਣੀ ਬੇਨਤੀ ਰੱਖਣਗੇ। ਲਗਭਗ 47 ਸਾਲ ਕਾਂਗਰਸ ਨੇ ਰਾਜ ਕੀਤਾ ਹੈ, पर 47 ਸਾਲਾਂ ਦੇ ਵਿੱਚ ਸਾਨੂੰ ਕਾਂਗਰਸ ਨੇ ਗਲੀਆਂ ਨਾਲੀਆਂ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ ਵੀ ਸਾਡਾ ਅਗਲੇ ਵਾਲਾ ਕੋਈ ਕਦਮ ਨਹੀਂ ਚੱਕਿਆ। ਅੱਜ ਵੀ ਜੇ 75 ਸਾਲਾਂ ਤੋਂ ਬਾਅਦ ਵੀ ਜੇ ਨਵੀਂ ਜਿਹੜੀ ਪੰਜਾਬ ਦੀ ਸਰਕਾਰ ਬਣਨੀ ਹੈ ਉਹਦੇ ਵਿੱਚ ਵੀ ਅੱਜ ਵੀ ਜਿਹੜੇ ਇੱਥੇ ਦੇ ਨੁਮਾਇੰਦੇ ਨੇ ਇਹੀ ਪ੍ਰਚਾਰ ਕਰਦੇ ਨੇ ਤੁਹਾਡੀਆਂ ਧਰਮਸ਼ਾਲਾ ਠੀਕ ਕਰ ਦਿਆਂਗੇ, ਤੁਹਾਡੇ ਸੀਵਰੇਜ ਪਾ ਦੇਵਾਂਗੇ। ਪਰ ਬੜੇ ਅਫਸੋਸ ਦੀ ਗੱਲ ਆ ਕੋਈ ਵਿਦਿਆ ਦੀ ਗੱਲ ਨਹੀਂ ਕਰ ਰਿਹਾ, ਕੋਈ ਨੌਕਰੀ ਦੀ ਗੱਲ ਨਹੀਂ ਕਰ ਰਿਹਾ ਕਿ ਜਿਹੜੇ ਛੋਟੇ ਬੱਚੇ ਗੁਲਾਮ ਹੋਣ ਜਾ ਰਹੇ ਨੇ ਇਹਨਾਂ ਬਾਰੇ ਕੋਈ ਨਹੀਂ ਦੱਸ ਰਿਹਾ। ਲੇਕਿਨ ਇਹ ਗੱਲ ਕਹਿੰਦੇ ਨੇ ਕਿ ਅਸੀਂ 5 ਸਾਲ ਕੰਮ ਬਹੁਤ ਕੀਤਾ, ਸਾਨੂੰ ਵੋਟ ਪਾ ਦਿਓ। ਜਿਹੜਾ 5 ਸਾਲ ਦਾ ਕੰਮ ਹੈ ਇਹ ਆਪਣੇ ਸਾਹਮਣੇ ਆ ਕਿੱਦਾਂ ਦਾ ਕੰਮ ਕੀਤਾ ਇਹਨਾਂ ਲੋਕਾਂ ਨੇ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਸਾਨੂੰ ਕਰੋ ਜਾਂ ਮਰੋ, ਕਿਉਂਕਿ ਜਿਹੜਾ 2022 ਦਾ ਇਲੈਕਸ਼ਨ ਹੈ ਇਹ 20 ਤਰੀਕ ਨੂੰ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਹੈ ਇਹ ਬੱਚਿਆਂ ਨੂੰ ਆਜ਼ਾਦ ਰੱਖਣ ਦੇ ਲਈ, ਜਿਨ੍ਹਾਂ ਨੂੰ ਅਜੇ ਤੱਕ ਪਤਾ ਨਹੀਂ ਹੈ ਵੀ ਅਸੀਂ ਕੀ ਕਰਦੇ ਆ। ਛੋਟੇ ਛੋਟੇ ਬੱਚੇ ਵਿਚਾਰੇ ਖੇਲਦੇ ਫਿਰਦੇ ਨੇ, ਇਹਨਾਂ ਬੱਚਿਆਂ ਨੂੰ ਗੁਲਾਮ ਕਰਨਾ ਜਾਂ ਫਿਰ ਇਹਨੂੰ ਆਜ਼ਾਦ ਰੱਖਣਾ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਬੀਬੀਓ ਤੁਹਾਨੂੰ ਬਰਾਬਰਤਾ ਦਿੱਤੀ। ਸੁੱਖ ਮੰਦਾ ਆਖੀਏ ਜਿੱਤ ਜਮੇ ਰਜਾਨ, ਔਰ ਬਾਬਾ ਸਾਹਿਬ ਅੰਬੇਡਕਰ ਨੇ ਤੁਹਾਨੂੰ ਬਰਾਬਰਤਾ ਦਿੱਤੀ ਕਿ ਆ ਸੰਵਿਧਾਨ ਦੇ ਵਿੱਚ ਇਹ ਪੱਕਿਆਂ ਤੌਰ ਤੇ ਲਿਖਤਾ ਕਿ ਤੁਸੀਂ ਵਿਦਿਆ ਲੈ ਸਕਦੇ ਹੋ। ਜਿਹੜੀ ਬਹੁਜਨ ਸਮਾਜ ਪਾਰਟੀ ਹੈ ਇਹ ਗੁਰੂਆਂ ਦੀ ਸੋਚ ਨੂੰ ਲਾਗੂ ਕਰਨਾ ਚਾਹੁੰਦੀ ਆ, ਕਿਉਂਕਿ ਅਸੀਂ 13 ਨੁਕਾਤੀ ਜਿਹੜਾ ਪ੍ਰੋਗਰਾਮ ਬਣਾਇਆ, 13 ਨੁਕਾਤੀ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਗੱਲ ਕਰੀ ਆ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਨੇ ਉਹਨਾਂ ਗਰੀਬ ਲੋਕਾਂ ਨੂੰ 2000 ਰੁਪਇਆ ਮਹੀਨਾ ਮਾਤਾ ਖੀਵੀ ਦੇ ਨਾਂ ਦੇ ਉੱਤੇ ਟਰਸਟ ਬਣਾ ਕੇ ਉਹਨਾਂ ਨੂੰ ਜਿਹੜਾ ਰਸੋਈ ਦਾ ਜਿਹੜਾ ਖਰਚਾ ਦਿੱਤਾ ਜਾਏਗਾ। ਕੀ ਕਾਰਨ ਹੈ? ਕਿਉਂਕਿ ਮਾਤਾ ਖੀਵੀ ਦੂਜੇ ਗੁਰੂ ਪਰਿਵਾਰ ਦੇ ਵਿੱਚੋਂ ਸੀ। ਉਹਨਾਂ ਨੇ ਆਪਣੇ ਘਰੇ ਰੋਟੀ ਬਣਾ ਕੇ ਗਰੀਬ ਲੋਕਾਂ ਨੂੰ ਵਿਹੜਿਆਂ 'ਚ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਰੋਟੀ ਖਿਲਾਉਂਦੇ ਸੀ, ਕਿਉਂਕਿ ਉਹ ਗੁਰੂਆਂ ਦਾ ਸੁਪਨਾ ਹੈ। ਅਸੀਂ 5 ਲੱਖ ਮਕਾਨ ਬਣਾਉਣਾ ਪੰਜਾਬ ਦੇ ਅੰਦਰ, 5 ਲੱਖ ਮਕਾਨ ਜਿਹੜਾ ਗੁਰੂ ਸਾਹਿਬਾਨ ਦਾ ਸੁਪਨਾ ਬੇਗਮਪੁਰਾ ਸ਼ਹਿਰ ਕਾ ਨੋ ਅਸੀਂ ਬੇਗਮ ਕਰਨੇ ਲੋਕ। ਉਹਨਾਂ ਨੂੰ ਇਹ ਫਿਕਰ ਨਾ ਹੋਵੇ ਕਿ ਸਾਡੇ ਕੋਲ ਮਕਾਨ ਨਹੀਂ ਹੈ, ਉਹਨਾਂ ਨੂੰ ਫਿਕਰ ਨਾ ਹੋਵੇ ਕਿ ਸਾਡੇ ਕੋਲ ਜਾਇਦਾਦ ਨਹੀਂ ਹੈ। ਅਸੀਂ ਉਹ ਇੱਕ ਸੁਪਨਾ ਜਿਹੜਾ ਗੁਰੂ ਦਾ ਉਹ ਸੁਪਨਾ ਪੂਰਾ ਕਰਨਾ ਹੈ। ਕਿਉਂਕਿ ਆ 16 ਤਰੀਕ ਨੂੰ ਮੇਰੇ ਸਮਾਜ ਦੇ ਲੋਕੋ 16 ਤਰੀਕ ਨੂੰ ਆਪਣੇ ਬਾਬਾ ਜੀ ਗੁਰੂ ਮਹਾਰਾਜ ਪ੍ਰਗਟ ਦਿਵਸ ਹਨ। ਪ੍ਰਗਟ ਦਿਵਸ ਅੱਜ ਤੋਂ 645 ਸਾਲ ਪਹਿਲਾਂ 645 ਸਾਲ ਪਹਿਲਾਂ ਜਦੋਂ ਇਸ ਦੁਨੀਆ ਦੇ ਉੱਤੇ ਆਏ ਉਹਨਾਂ ਨੇ ਚੈਲੰਜ ਕੀਤਾ ਇੱਥੇ ਆ ਕੇ ਲੋਕਾਂ ਨੂੰ ਕਿਹਾ ਰਾਜਿਆਂ ਨੂੰ, ਰਾਜਾ ਤੁਹਾਡੇ ਵਰਗਾ ਰਾਜ ਨਹੀਂ ਮੈਨੂੰ ਚਾਹੀਦਾ, ਮੈਨੂੰ ਕਿਹੋ ਜਿਹਾ ਰਾਜ ਚਾਹੀਦਾ? ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਨ। ਕਿਉਂਕਿ 16 ਤਰੀਕ ਨੂੰ ਉਹਨਾਂ ਦਾ ਪ੍ਰਗਟ ਦਿਵਸ ਹੈ। ਕਿਉਂਕਿ ਆਪਾਂ ਨੇ ਪਹਿਲਾਂ 14 ਤਰੀਕ ਦੀ ਰੱਖੀ ਦੀ ਡੇਟ ਤੇ ਉਹਨਾਂ ਨੇ ਕਿਹਾ ਵੀ ਲਾਦੇ ਲੋਕਾਂ ਨੇ ਵੋਟਾਂ ਪਾਉਣ ਚਲੇ ਜਾਣ, ਵੋਟਾਂ ਪਾਣੀ ਉਹਨਾਂ ਨੇ ਚਲੇ ਜਾਣਾ। ਇਹ ਡੇਟ ਜਿਹੜੀ ਬਦਲਾਈ ਬਹੁਜਨ ਸਮਾਜ ਪਾਰਟੀ ਨੇ ਸੰਘਰਸ਼ ਕੀਤਾ ਵੀ ਸਾਡੇ ਗੁਰੂ ਦਾ ਪ੍ਰਗਟ ਦਿਵਸ ਆ ਜਿਹੜੀ ਉਹ ਡੇਟ ਵਧਾਈ ਜਾਵੇ। 20 ਤਰੀਕ ਇਸ ਕਰਕੇ ਹੋਈ ਆ। ਪਰ ਹੁਣ ਇੱਕ ਗੱਲ ਸੋਚ ਕੇ ਚੱਲਿਓ
ਆਪਾਂ ਤਾਂ ਲੜਦੇ ਲੜਦੇ ਆਪਾਂ ਚਲੇ ਜਾਣਾ, ਲੇਕਿਨ ਬੱਚਿਆਂ ਨੂੰ ਬਚਾਉਣ ਦੇ ਲਈ ਜਿਹੜੀ 20 ਤਰੀਕ ਆ, ਉਸ 20 ਤਰੀਕ ਨੂੰ ਵੋਟ ਆ ਜਿਹੜੀ ਆਪਣਾ ਚੋਣ ਨਿਸ਼ਾਨ ਹਾਥੀ ਆ। ਇਹ ਹਾਥੀ ਆ ਜਿਹੜਾ ਸਤਿਗੁਰ ਰਵਿਦਾਸ ਦਾ ਹੈ। ਇਹ ਸਤਿਗੁਰ ਰਵਿਦਾਸ ਨੂੰ ਮੰਨਣ ਵਾਲਿਓ ਸਾਰੇ ਵੋਟ ਹਾਥੀ ਨੂੰ ਪਾ ਦਿਓ, ਕਿਉਂਕਿ ਆਪਾਂ ਪਿਛਲਾ ਜਿਹੜਾ ਪੰਜੇ ਵਾਲਿਆਂ ਦਾ ਸਵਾਦ ਦੇਖਿਆ, ਹੁਣ ਇੱਕ ਵਾਰੀ ਆਪਣਾ ਰਾਜ ਦੇਖੋ, ਕਿਉਂਕਿ ਗੁਰੂ ਚਾਹੁੰਦਾ ਮੈਨੂੰ ਰਾਜ ਚਾਹੀਦਾ ਆਪਣਾ। ਰਾਜ ਤੋਂ ਬਿਨਾਂ ਕੁਝ ਬਣਨ ਵਾਲਾ ਨਹੀਂ। ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਕਿਉਂਕਿ ਆਪਾਂ ਨੂੰ ਰਾਜ ਆਪਣਾ ਲੈਣ ਦੀ ਲੋੜ ਆ। ਜਦ ਤੱਕ ਆਪਣਾ ਰਾਜ ਨਹੀਂ ਆਏਗਾ ਤਦ ਤੱਕ ਆਪਣਾ ਕਦੇ ਵੀ ਭਲਾ ਨਹੀਂ ਹੋਣ ਵਾਲਾ, ਕਿਉਂਕਿ ਇਹਨਾਂ ਨੇ 5 ਸਾਲਾਂ ਦੇ ਵਿੱਚ ਸਾਨੂੰ ਝੂਠ ਬੋਲ ਕੇ ਵੋਟਾਂ ਲਈਆਂ ਕਿ ਅਸੀਂ ਘਰ ਘਰ ਨੌਕਰੀ ਦੇ ਦਿਆਂਗੇ। ਜਿਹੜੀ ਘਰ ਘਰ ਨੌਕਰੀ ਦਾ ਕੀ ਦੇਣੀ ਸੀ, ਇਹਨਾਂ ਨੇ ਜਿਹੜੀਆਂ ਸਾਨੂੰ ਪਹਿਲੀਆਂ ਸਰਕਾਰਾਂ ਨੇ ਦਿੱਤੀਆਂ ਹੋਈਆਂ ਸੀ ਉਹ ਵੀ ਖੋਹ ਲਈਆਂ। ਸਾਡੇ ਨਾਲ ਹੋਇਆ ਕੀ ਆ? ਸਾਡੇ ਨਾਲ ਹੋਇਆ ਇੱਥੇ ਆ ਕੇ ਰੌਲਾ ਪਾਉਂਦੇ ਰਹੇ, ਕਹਿੰਦੇ ਜੀ ਅਸੀਂ ਨੌਕਰੀ ਦੇ ਦਿਆਂਗੇ ਤੁਹਾਨੂੰ, ਸਾਡੀਆਂ ਮਾਈਆਂ ਨੂੰ 25-2500 ਪੈਨਸ਼ਨ ਦੇ ਦਿਆਂਗੇ। ਜਿਹੜੇ ਬੇਰੁਜ਼ਗਾਰ ਲੋਕ ਨੇ ਜਿਹਨੂੰ ਨੌਕਰੀ ਨਾ ਦੇ ਸਕੇ ਉਹਨਾਂ ਨੂੰ ਅਸੀਂ 2500 ਰੁਪਇਆ ਭੱਤਾ ਦੇ ਦਿਆਂਗੇ। ਪਰ ਅਫਸੋਸ ਇਸ ਗੱਲ ਦਾ 5 ਸਾਲ ਲੰਘ ਗਏ ਮਿੱਤਰੋ, ਸਾਨੂੰ ਕੁਝ ਮਿਲਿਆ ਨਹੀਂ। ਸਾਨੂੰ ਪਿਛਲੀਆਂ ਸਰਕਾਰਾਂ ਨੇ ਜਿਹੜਾ ਦਿੱਤਾ ਕੁਛ ਸੀ ਸਾਡੇ ਕੋਲ ਉਹ ਵੀ ਖੋਹ ਲਿਆ। ਸਾਰੀਆਂ ਨੌਕਰੀਆਂ ਖੋਲੀਆਂ। 42,000 ਨੌਕਰੀ ਹੈ ਸਾਡੀ, ਜਿਹੜੀ 42,000 ਨੌਕਰੀ ਬਿਜਲੀ ਬੋਰਡ ਦੀ ਖੋਲੀ ਇਹਨਾਂ ਨੇ। ਬਿਜਲੀ ਬੋਰਡ ਦੀ ਸਾਡੀ ਨੌਕਰੀ ਖੋਲੀ। ਸਾਡੇ ਆਹ ਜਲ ਸੁਧਾਰ ਮਹਿਕਮਾ ਇੱਕ ਬਣਿਆ ਹੋਇਆ ਜਿਹੜਾ ਪਾਣੀ ਸਾਂਭਦਾ, ਉਹਦੀ 8800 ਨੌਕਰੀ ਖੋਲੀ। ਸਾਡੇ ਬਾਕੀ ਦੇ ਜਿਹੜੇ ਬੱਚੇ ਸੀ ਉਹ ਸਾਰੇ ਜਿਹੜੇ ਜਿਨ੍ਹਾਂ ਨੇ BA MA ਕੀਤੀ ਉਹ 8-8000 ਤੇ ਭਰਤੀ ਕਰ ਲਏ ਪ੍ਰਾਈਵੇਟ। ਸਾਨੂੰ ਦਿੱਤਾ ਕੁਝ ਨਹੀਂ, ਸਾਡਾ ਸਾਰਾ ਕੁਝ ਖੋਹ ਲਿਆ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਗੱਲ ਤੇ ਖੜ ਜਾਈਏ। ਜੇ ਆਪਾਂ ਇੱਕ ਗੱਲ ਤੇ ਖੜ ਜਾਈਏ ਨਾ ਤਾਂ ਫਿਰ ਮੈਂ ਸਮਝਦਾ ਵੀ ਆਪਾਂ ਨੂੰ ਜਿਹੜਾ ਖੋਇਆ ਹੋਇਆ ਉਹ ਮਿਲ ਸਕਦਾ। ਮਿਲੇਗਾ ਕਿੱਦਾਂ? ਜਦੋਂ ਰਾਜ ਆਪਣਾ ਆ ਜਾਏਗਾ। ਜਦੋਂ ਆਪਣਾ ਰਾਜ ਆ ਜਾਏਗਾ, ਇਹ ਜਿਹੜਾ ਖੁੱਸਿਆ ਰਾਜ ਹੈ ਆਪਣਾ, ਉਹ ਰਾਜ ਲੈਣਾ ਬਹੁਤ ਜ਼ਰੂਰੀ ਆ। ਰਾਜ ਤੋਂ ਬਿਨਾਂ ਆਪਣੀ ਬਣਨ ਵਾਲਾ ਨਹੀਂ। ਭਾਈ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਚੋਣ ਨਿਸ਼ਾਨ ਹਾਥੀ ਆ, ਇਹ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ, ਕਿਉਂਕਿ ਇਸ ਵਾਰ ਤੱਕੜੀ ਨਹੀਂ ਹੈਗੀ। ਤੱਕੜੀ ਇੱਥੇ ਮਿਲੀ ਨਹੀਂ। ਤੱਕੜੀ ਨਿਸ਼ਾਨ ਜਿਹੜੀ ਉਹ ਖੰਨੇ ਆ ਜਾਂ ਸਮਰਾਲੇ ਆ, ਇੱਥੇ ਚੋਣ ਨਿਸ਼ਾਨ ਹਾਥੀ ਆ। ਆਪਾਂ ਸਾਰੇ ਨੇ ਹਾਥੀ ਨੂੰ ਵੋਟਾਂ ਪਾਣੀਆਂ, ਕਿਉਂਕਿ ਜਿੰਨੀ ਵਾਰ ਪਹਿਲਾ ਨੰਬਰ ਆਪਣਾ ਮਸ਼ੀਨ ਤੇ ਪਹਿਲਾ ਨੰਬਰ ਹੈ। ਜਦ ਬਾਰ-ਬਾਰ ਹਾਥੀ ਵਾਲਾ ਬਟਨ ਦਬਾਵਾਂਗੇ ਮਸ਼ੀਨ ਚੀਕਾਂ ਮਾਰਦੀ ਆ। ਤੇ ਜਿੰਨੀਆਂ ਚੀਕਾਂ ਮਸ਼ੀਨ ਦੀਆਂ ਮਰਾਉਣੀਆਂ ਉਨੀਆਂ ਹੀ ਕਾਂਗਰਸ ਦੀਆਂ ਚੀਕਾਂ ਵੀ ਨਿਕਲਦੀਆਂ। ਉਹ ਦਿੱਲੀ ਤੱਕ ਚੀਕਾਂ ਪੈਣੀਆਂ ਉਹ, ਕਿਉਂਕਿ ਜਦੋਂ ਤੁਸੀਂ ਚੀਕਾਂ ਮਸ਼ੀਨ ਦੀਆਂ ਜ਼ਿਆਦਾ ਮਰਾਓਗੇ ਤਾਂ ਉਨੀਆਂ ਹੀ ਕਾਂਗਰਸ ਦੀਆਂ ਚੀਕਾਂ ਨਿਕਲਣੀਆਂ ਨੇ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ, ਇਹਨਾਂ ਕਾਂਗਰਸ ਨੇ ਸਾਡਾ ਘਾਣ ਕੀਤਾ, ਉਸ ਘਾਣ ਨੂੰ ਯਾਦ ਕਰਦੇ ਹੋਏ ਆਪਾਂ ਇਸ ਪਿੰਡ ਦੇ ਵਿੱਚ ਵੀ ਜੋ ਇਹਨਾਂ ਨੇ ਕਾਂਗਰਸ ਨੇ ਸਾਨੂੰ ਝੂਠੇ ਲਾਰੇ ਲਾ ਕੇ ਤੁਹਾਨੂੰ ਇਹ ਸਾਰਾ ਕੁਝ ਦੱਸਿਆ ਤੇ ਉਹਦੇ ਬਾਰੇ ਸਾਨੂੰ ਸਰਪੰਚ ਸਾਹਿਬ ਵੀ ਦੱਸਣਗੇ, ਕਿਉਂਕਿ ਇੱਥੇ ਦੇ ਜਿਹੜੇ ਸਰਪੰਚ ਸਾਹਿਬ ਨੇ ਬਹੁਤ ਹੀ ਇਮਾਨਦਾਰ ਔਰ ਸ਼ਰੀਫ, ਨਹਾਇਤ ਸ਼ਰੀਫ ਆਦਮੀ ਨੇ। ਉਹਨਾਂ ਨੇ ਜੋ ਪ੍ਰਬੰਧ ਕੀਤਾ, ਕਿਉਂਕਿ 5 ਸਾਲਾਂ 'ਚ ਕਈ ਵਾਰੀ ਇਹਨਾਂ ਨੂੰ ਸਸਪੈਂਡ ਵੀ ਕਰਾਇਆ, ਲੇਕਿਨ ਇਹਨਾਂ ਦੀ ਸ਼ਰਾਫਤ, ਇਹਨਾਂ ਦੀ ਇਮਾਨਦਾਰੀ ਇਹਨਾਂ ਨੂੰ ਬਾਰ-ਬਾਰ ਬਹਾਲ ਕਰਾਉਂਦੀ ਆਈ ਹੈ, ਕਿਉਂਕਿ ਬਹੁਤ ਵਧੀਆ ਇਨਸਾਨ ਨੇ। ਇੱਥੇ ਮੇਰਾ ਵੀਰ ਆ ਰਿੰਮੀ, ਉਹ ਵੀ ਬਹੁਤ ਵਧੀਆ। ਰਾਜਵਿੰਦਰ ਜੀ ਉਹ ਵੀ ਬਹੁਤ ਵਧੀਆ ਇੱਥੇ ਕੰਮ ਕਰ ਰਹੇ ਨੇ। ਸਾਡੇ ਬਹੁਤ ਹੀ ਨਿਤਾੜਕ ਯੋਧੇ ਡਾਕਟਰ ਜੀ ਸ਼ਾਹਪੁਰ ਵਾਲੇ, ਜਿਨ੍ਹਾਂ ਨੇ ਇਸ ਮੂਵਮੈਂਟ ਦੇ ਵਿੱਚ ਲਗਭਗ 90% ਹਿੱਸਾ ਪਾ ਕੇ ਇਸ ਮੂਵਮੈਂਟ ਨੂੰ ਖੜਾ ਕੀਤਾ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਮੇਰੀ ਭੈਣ, ਮੇਰੀ ਬੀਬੀ ਨਿਸ਼ਾ ਜੀ, ਹੋਰ ਭਾਈ ਬੀਬੀਆਂ ਦਾ ਮੈਂ ਨਾਂ ਨਹੀਂ ਜਾਣਦਾ, ਸਾਰੀਆਂ ਬੀਬੀਆਂ ਦਾ ਧੰਨਵਾਦ, ਕਿਉਂਕਿ ਵੱਡੀ ਗਿਣਤੀ 'ਚ ਤੁਸੀਂ ਇਕੱਠੇ ਹੋ ਕੇ ਆਏ ਹੋ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮ ਸਿੰਘ ਜੀ ਗੋਗੀ ਖੰਨੇ ਤੋਂ BSP ਪੰਜਾਬ ਦੇ ਜਨਰਲ ਸੈਕਟਰੀ ਨੇ, ਜਿਨ੍ਹਾਂ ਨੇ ਤੁਹਾਨੂੰ ਵੱਡਾ ਟਾਈਮ ਕਾਂਗਰਸ ਪਾਰਟੀ ਨੇ ਆਪਣੇ ਤੇ ਰਾਜ ਕੀਤਾ, ਉਹਦੇ ਬਾਰੇ ਦੱਸਿਆ। ਬਾਬਾ ਸਾਹਿਬ ਅੰਬੇਡਕਰ ਬਾਰੇ ਦੱਸਿਆ ਵੀ ਕਿਵੇਂ ਕਿਵੇਂ ਉਹਨਾਂ ਨੇ ਅੰਗਰੇਜ਼ਾਂ ਵੇਲੇ ਘੋਲ ਕਰੇ ਲੜਾਈਆਂ ਲੜੀਆਂ, ਫਿਰ ਕਾਂਗਰਸ ਨੇ ਆਪਣਾ ਕਿੰਨਾ ਘਾਣ ਕਰਿਆ। 1984 'ਚ ਕਾਤਲਾਮ ਕਰਿਆ ਗਿਆ ਆਪਣੇ ਤੇ, ਜਿੰਨੇ ਦਿੱਲੀ ਨੇੜੇ ਤੇੜੇ ਦਿੱਲੀ ਦੇ ਵਿੱਚ
ਕਿੰਨਾ ਘਾਣ ਕਰਿਆ ਇਹਨਾਂ ਨੇ। ਹਰਮੰਦਰ ਸਾਹਿਬ ਤੇ ਅਟੈਕ ਕਰਿਆ। ਸਿੱਖ ਹੋਣ ਦੇ ਨਾਤੇ ਬਹੁਤ ਘੱਟ ਆਪਣੀ ਜਨਸੰਖਿਆ ਪੰਜਾਬ ਦਾ ਖਾਸ ਕਰਕੇ ਜਿੰਨੇ ਬਾਹਰ ਵੀ ਹੋਰਾਂ ਸੂਬਿਆਂ 'ਚ ਵੀ ਪੰਜਾਬੀ ਵਸਦੇ ਨੇ, ਇਹਨਾਂ ਨੂੰ ਤਾਂ ਕਦੇ ਭੁੱਲ ਕੇ ਵੀ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਕਿਵੇਂ ਪੱਗਾਂ ਬੰਨ੍ਹ ਕੇ ਇੱਥੇ ਉਹਨਾਂ ਦਾ ਪ੍ਰਚਾਰ ਕਰਦੇ ਫਿਰਦੇ ਨੇ, ਝੂਠ ਤੇ ਝੂਠ ਬੋਲਦੇ ਫਿਰਦੇ ਨੇ ਗੱਲ-ਗੱਲ ਤੇ। ਉਹ ਵੀ ਤੁਹਾਨੂੰ ਦੱਸਾਂਗੇ। ਹੁਣ ਆਪਣੇ ਵਿੱਚ ਇਸ ਟਾਈਮ ਹਾਜ਼ਰੀ ਲਵਾ ਰਹੇ ਨੇ ਸਰਦਾਰ ਹਰਿੰਦਰਪਾਲ ਸਿੰਘ ਜੀ ਹਨੀ, ਸਰਪੰਚ ਮੌਜੂਦਾ, ਸਾਰੇ ਹੀ ਮੈਂਬਰ ਪੰਚਾਇਤ, ਸਾਬਕਾ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਜੀ ਲਾਪਰਾ ਮੈਂਬਰ PAC ਕਮੇਟੀ, ਸ਼ਿਵਰਾਜ ਸਿੰਘ ਜੀ ਜੱਲਾ ਸਾਬਕਾ ਚੇਅਰਮੈਨ, ਸਰਕਲ ਜਥੇਦਾਰ ਪੈਲ, ਸਰਦਾਰ ਕੇਸਰ ਸਿੰਘ ਜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਦਰਾਹਾ, ਰਿੰਮੀ ਘੁੜਾਣੀ ਯੂਥ ਪ੍ਰਧਾਨ ਵਿੰਗ ਪੈਲ, ਕੁਲਵੰਤ ਸਿੰਘ ਜੀ ਘੁੜਾਣੀ ਬਸਪਾ ਆਗੂ, ਦਲਵੀਰ ਸਿੰਘ ਜੀ ਜੱਲਾ, ਜਸਪਾਲ ਸਿੰਘ ਜੀ, ਹਰਪ੍ਰੀਤ ਸਿੰਘ ਜੀ ਦੋਨੋਂ ਮੌਜੂਦਾ ਡਾਕਟਰ, ਸੁਰਿੰਦਰ ਸਿੰਘ ਜੀ ਸ਼ਾਹਪੁਰ ਡਾਕਟਰ ਸਾਹਿਬ, ਮਨਪ੍ਰੀਤ ਸਿੰਘ ਜੀ ਰਿਪੋਰਟਰ ਦੇਸ਼ ਦੁਨੀਆ ਉਹ ਵੀ ਆਪਣੇ ਵਿੱਚ ਨੇ। ਸਾਡੇ ਨਗਰ ਦੇ ਨੰਬਰਦਾਰ ਸਾਹਿਬ ਸਰਦਾਰ ਨੱਥਾ ਸਿੰਘ ਜੀ, ਮੋਹਨ ਸਿੰਘ ਸਾਡੇ ਵੱਡੇ ਵੀਰ ਕੋਚ ਕਹਿੰਦੇ ਉਹਨਾਂ ਨੂੰ, ਉਹ ਵੀ ਆਪਣੇ ਵਿੱਚ ਨੇ। ਹੁਣ ਆਪਾਂ ਨੂੰ ਲਈ ਪਿਛਲੀ ਵਾਰ ਇੱਥੋਂ ਇਲੈਕਸ਼ਨ ਲੜੇ ਦੀ ਗੁਰਪ੍ਰੀਤ ਸਿੰਘ ਜੀ ਲਾਪਰਾ, ਉਹ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ, ਮੈਂਬਰ PAC ਨੇ। ਹੁਣ ਆਪਾਂ ਨੂੰ 10 ਮਿੰਟ ਸਰਦਾਰ ਗੁਰਪ੍ਰੀਤ ਸਿੰਘ ਜੀ ਲਾਪਰਾ ਵੀ ਆਪਣੇ ਵਿਚਾਰ ਦੱਸਣਗੇ। ਹਲਕਾ ਪੈਲ ਦੇ ਨਗਰ ਕਢਾਣੀ ਚਰਨ ਛੋਹ ਪ੍ਰਾਪਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਆਪਣੇ ਮੁਬਾਰਕ ਚਰਨ ਪਾ ਕੇ ਇਸ ਨੂੰ ਪਵਿੱਤਰ ਬਣਾਇਆ, ਅਤੇ ਆਪਣੇ ਨਾਲ ਹੀ ਸਾਡੇ ਬਹੁਤ ਹੀ ਪਵਿੱਤਰ ਸਥਾਨ ਚੋਲਾ ਸਾਹਿਬ ਆਪਾਂ ਦਰਸ਼ਨ ਕਰਦੇ ਹਾਂ। ਉਹਨਾਂ ਦੀ ਧਰਤੀ ਤੇ ਪਹੁੰਚੇ ਨਗਰ ਕਢਾਣੀ ਦੇ ਸਾਰੇ ਹੀ ਸਤਿਕਾਰਯੋਗ ਬਜ਼ੁਰਗੋ, ਮੇਰੀਆਂ ਮਾਤਾਵਾਂ ਭੈਣਾਂ, ਨੌਜਵਾਨ ਸਾਥੀ, ਅਤੇ ਮੇਰੇ ਨਾਲ ਸਾਡੇ ਸਰਕਲ ਦੇ ਜਥੇਦਾਰ ਸਾਹਿਬ ਸਰਦਾਰ ਸ਼ਿਵਰਾਜ ਸਿੰਘ ਜੀ ਜੱਲਾ ਜੀ, ਹਰਿੰਦਰਪਾਲ ਸਿੰਘ ਜੀ ਹਨੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਦੇ ਮੌਜੂਦਾ ਸਰਪੰਚ, ਬਾਕੀ ਸਾਰੀ ਲੀਡਰਸ਼ਿਪ ਜਿੰਨੀ ਵੀ ਸਾਰੇ ਬੈਠੇ ਹੋ ਤੁਸੀਂ, ਮੈਂ ਸਾਰਿਆਂ ਦੇ ਨਾਂ ਤਕਰੀਬਨ ਜਾਣਦਾ, ਮਿਲਦੇ ਰਹਿੰਦੇ ਆਪਾਂ, ਤੇ ਆਪਾਂ ਗੱਲਾਂ ਕਰੀਏ। ਜਿਹੜੀ ਗੱਲ ਕਰਨਾ ਆ ਉਹਦੇ ਬਾਰੇ ਆਪਾਂ ਵਿਚਾਰ ਕਰੀਏ। ਅੱਜ ਆਪਾਂ ਉਸ ਧਰਤੀ ਦੇ ਉੱਤੇ ਬੈਠੇ ਆ ਜਿਸ ਗੁਰੂ ਸਾਹਿਬਾਨ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ। ਮੀਰੀ ਤੇ ਪੀਰੀ ਕੀ ਆ? ਧਰਮ ਤੇ ਰਾਜਨੀਤੀ ਦੇ ਸੁਮੇਲ ਨੂੰ ਆਪਾਂ ਜਿਹੜਾ ਆਪਾਂ ਪੜ੍ਹਿਆ, ਆਪਾਂ ਜਦੋਂ ਹਿਸਟਰੀ ਪੜ੍ਹਦੇ ਆ ਸਾਨੂੰ ਉੱਥੇ ਸਿਖਾਇਆ ਜਾਂਦਾ ਕਿ ਧਰਮ ਦੇ ਨਾਲ ਜਿਹੜੀ ਰਾਜਨੀਤੀ ਸਾਨੂੰ ਜ਼ਰੂਰੀ ਆ। ਰਾਜਨੀਤੀ ਜਿਹੜੀ ਉਹ ਕਿਹੜੀ ਕਰਨੀ ਆ? ਧਰਮ ਦੀ ਕਰਨੀ ਆ, ਗਰੀਬ ਲੋਕਾਂ ਦੀ ਕਰਨੀ ਆ, ਉਹਨਾਂ ਦੇ ਹੱਕਾਂ ਦੀ ਕਰਨੀ ਆ, ਉਹਨਾਂ ਦੇ ਹਕੂਕ ਦੀ ਲੜਾਈ ਲੜਨ ਦੇ ਲਈ ਜਿਹੜੀ ਰਾਜਨੀਤੀ ਕਰਨੀ ਆ। ਸੋ ਅੱਜ ਮੇਰੇ ਤੋਂ ਪਹਿਲਾਂ ਵੀ ਕਾਫੀ ਬੁਲਾਰਿਆਂ ਨੇ ਤੁਹਾਡੇ ਨਾਲ ਸਾਂਝਾ ਪਾਈਆਂ ਨੇ। ਮੈਂ ਵੀ ਤੁਹਾਨੂੰ ਜੋ ਪਾਰਟੀ ਦਾ ਏਜੰਡਾ, ਜਿਵੇਂ ਪਾਰਟੀ ਨੇ ਤੁਹਾਡੇ ਨਾਲ ਵਾਅਦੇ ਕੀਤੇ ਨੇ, ਜਾਂ 2017 ਤੋਂ ਇਲੈਕਸ਼ਨ ਦੇ ਵਿੱਚ ਜੋ ਵਾਅਦੇ ਕੀਤੇ, ਉਹਨਾਂ ਦੇ ਵਿੱਚ ਕਿਹੜੇ ਵਾਅਦੇ ਸਾਡੇ ਨਾਲ ਉਹਨਾਂ ਨੇ ਪੂਰੇ ਕੀਤੇ, ਕਿਹੜੇ ਵਾਅਦੇ ਪੂਰੇ ਕਰਨ ਵਾਲੇ ਨੇ, ਕਿਹੜੇ ਲਾਰੇ ਲਾ ਕੇ ਝੂਠ ਬੋਲ ਕੇ ਸਾਡੀਆਂ ਵੋਟਾਂ ਠੱਗਣ ਵਾਲੇ ਨੇ, ਆਪਾਂ ਉਹਨਾਂ ਦੇ ਸੰਬੰਧ ਵਿੱਚ ਵਿਚਾਰਾਂ ਕਰਨੀਆਂ ਨੇ। ਹੁਣ ਅੱਜ ਗੱਲ ਕਰੀਏ, ਜਿੰਨੇ ਵਾਅਦੇ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਨਾਲ ਕੀਤੇ ਨੇ ਅੱਜ ਤੱਕ, ਚਾਹੇ ਉਹ ਆਟਾ ਦਾਲ ਦੀ ਗੱਲ ਹੋਵੇ, ਚਾਹੇ ਉਹ ਸ਼ਗਨ ਸਕੀਮ ਦੀ ਗੱਲ ਹੋਵੇ, ਚਾਹੇ ਉਹ ਬੁਢਾਪਾ ਪੈਨਸ਼ਨਾਂ ਦੀ ਸ਼ੁਰੂਆਤ ਦੀ ਗੱਲ ਹੋਵੇ, ਚਾਹੇ ਉਹ ਬਿਜਲੀ ਦੇ ਬਿੱਲਾਂ ਦੀ ਗੱਲ ਹੋਵੇ, ਜਿੰਨੇ ਕੰਮ ਤੁਹਾਨੂੰ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਕਹੇ ਨੇ ਉਹ ਪੂਰੇ ਕੀਤੇ ਨੇ। ਪਰ ਸਾਨੂੰ ਪਛਾਣਨ ਦੀ ਲੋੜ ਆ
ਕਿਹੜੇ ਸਾਡੇ ਨੇ, ਕਿਹੜੇ ਬਗਾਨੇ ਨੇ, ਕਿਹੜੇ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਆ ਕੇ ਖੜਦੇ ਨੇ, ਕਿਹੜੇ ਜਦੋਂ ਤੁਹਾਨੂੰ ਤਕਲੀਫ ਹੁੰਦੀ ਆ ਤੁਹਾਡੇ ਤੱਕ ਪਹੁੰਚਦੇ ਨੇ। ਆ ਬਦਲਾਅ ਦੀ ਗੱਲ ਕਰਦੇ ਆ, ਹਰਿੰਦਰਪਾਲ ਸਿੰਘ ਜੀ ਹਨੀ ਸਰਪੰਚ ਨੇ, ਤੁਸੀਂ ਜਿਹੜੀ ਤੁਹਾਡੇ ਪਿੰਡ ਦੀ ਜਿਹੜੀ ਗਲੀ ਦੇ ਵਿੱਚ ਮਰਜ਼ੀ ਵੜ ਜਾਓ, ਜਿੱਧਰ ਨੂੰ ਜਾਵੋਗੇ ਹਰ ਇੱਕ ਗਲੀ ਦਾ ਵਿਕਾਸ ਹੋਇਆ। ਇਹ ਹੁੰਦੇ ਨੇ ਵਿਕਾਸ। ਜਦੋਂ ਕਿਸੇ ਨੂੰ ਲੋੜ ਪੈਂਦੀ ਆ, ਜੇ ਕਿਸੇ ਦੀ ਪੈਨਸ਼ਨ ਲਵਾਉਣੀ ਆ, ਕਿਸੇ ਦੀ ਬੁਢਾਪਾ ਪੈਨਸ਼ਨ ਲਵਾਉਣੀ ਆ, ਕਿਸੇ ਨੂੰ ਸ਼ਗਨ ਦੀ ਲੋੜ ਆ, ਕਿਸੇ ਨੂੰ ਕਿਸੇ ਵੀ ਕਿਸਮ ਦੀ ਲੋੜ ਆ, ਤਾਂ ਜਿਹੜੀ ਟੀਮ ਖੜਦੀ ਆ ਤੁਹਾਡੇ ਵਿੱਚ ਆ ਕੇ, ਤੁਹਾਡੇ ਨਾਲ ਹਰ ਵਕਤ ਖੜਦੀ ਆ ਦੁੱਖ ਸੁੱਖ ਦੇ ਵਿੱਚ। ਅੱਜ ਸਾਨੂੰ ਪਛਾਣਨ ਦੀ ਲੋੜ ਆ। ਅੱਜ ਆਪਾਂ ਦੇਖੀਏ ਕਿ ਸਾਡੇ ਕਿਹੜੇ ਨੇ, ਬਗਾਨੇ ਕਿਹੜੇ ਨੇ। ਕੁਝ ਗਰੰਟੀਆਂ ਦਿੰਦੇ ਫਿਰਦੇ ਨੇ ਇੱਥੇ, ਕਹਿੰਦੇ ਗਰੰਟੀ ਦਿੰਦੇ ਆ ਅਸੀਂ। ਗਰੰਟੀਆਂ ਦੀ ਇੱਕ ਗੱਲ ਮੈਂ ਕਹਿ ਕੇ ਮਾਫੀ ਮੰਗ ਲੈਣੀ ਆ ਤੁਹਾਤੋਂ, ਕਿਉਂਕਿ ਗਰੰਟੀ ਉਹਨਾਂ ਲੋਕਾਂ ਦੀ ਹੁੰਦੀ ਆ ਜਿਹੜੇ ਤੁਹਾਡੇ 24 ਘੰਟੇ ਮੱਥੇ ਲੱਗਦੇ ਨੇ। 4.5 ਸਾਲ ਇਹਨਾਂ ਗਰੰਟੀ ਵਾਲੇ ਨੇ ਬਾਅਦ ਚ ਲੱਭਣਾ ਨਹੀਂਗਾ। ਜਦੋਂ ਵੋਟਾਂ ਪੈਣ ਤੋਂ ਬਾਅਦ ਰਿਜ਼ਲਟ ਆਇਆ, 4 ਸਾਲ 4.5 ਸਾਲ ਕਿਸੇ ਦਾ ਫੋਨ ਨਹੀਂ ਚੱਕਦੇ, ਇਹ ਕਿਸੇ ਨੂੰ ਮਿਲਦੇ ਨਹੀਂਗੇ। ਮੁੜ ਕੇ ਕਹਿੰਦੇ ਸਾਡੀਆਂ ਗਰੰਟੀਆਂ ਨੇ। ਜਦੋਂ ਚੋਣ ਜ਼ਾਬਤਾ ਲੱਗ ਗਿਆ, ਚੋਣ ਜ਼ਾਬਤਾ ਲੱਗਣ ਤੋਂ ਬਾਅਦ ਜਿਵੇਂ ਮੀਂਹ ਪੈਣ ਤੋਂ ਬਾਅਦ ਘੁੰਮਕੜ ਬਾਹਰ ਨਿਕਲਦੇ ਨੇ, ਫਿਰ ਐਵੇਂ ਵੋਟਾਂ ਮੰਗਣ ਬਾਹਰ ਨਿਕਲੇ ਆਉਂਦੇ ਨੇ। ਮੁੜ ਕੇ ਕੋਈ ਖਬਰਸਾਰ ਨਹੀਂ ਲੈਂਦਾ। ਅੱਜ ਸਾਨੂੰ ਪਛਾਣਨ ਦੀ ਲੋੜ ਆ। ਪੰਜਾਬ ਦੀ ਆਪਣੀ ਪਾਰਟੀ, ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਤੁਹਾਡੇ ਨਾਲ ਹਰ ਵਕਤ ਖੜਦੀ ਆ, ਤੁਹਾਡੇ ਲਈ ਹਰ ਵਕਤ ਲੜਦੀ ਆ। ਆਓ ਆਪਾਂ ਜਿਹੜਾ ਸਾਡਾ ਚੋਣ ਸਾਨਾ 1 ਨੰਬਰ ਤੇ ਹਾਥੀ ਦਾ ਬਟਨ ਦੱਬ ਕੇ ਆਪਾਂ ਇਸ ਵਾਰੀ ਡਾਕਟਰ ਜਸਪ੍ਰੀਤ ਸਿੰਘ ਜੀ ਬੀਜਾ ਨੂੰ, ਹਲਕੇ ਦੇ ਵਿੱਚੋਂ ਇੱਕ ਪੜ੍ਹਿਆ ਲਿਖਿਆ ਜਿਹੜਾ ਨੌਜਵਾਨ ਜਿਹਨੇ ਡਾਕਟਰੀ ਕੀਤੀ ਆ, ਉਹਨਾਂ ਦੇ ਘਰ ਦੇ ਡਾਕਟਰ ਨੇ, ਉਹਨਾਂ ਦੇ ਭਰਜਾਈ ਡਾਕਟਰ ਨੇ, ਉਹਨਾਂ ਦੇ ਵੱਡੇ ਭਾਈ ਸਾਹਿਬ ਡਾਕਟਰ ਨੇ, ਉਹਨਾਂ ਦੇ ਬਾਪੂ ਜੀ ਡਾਕਟਰ ਨੇ। ਆਪਾਂ ਨੂੰ ਉਹ ਲੋਕਾਂ ਨੂੰ ਵਿਧਾਨ ਸਭਾ ਵਿੱਚ ਭੇਜਣਾ ਚਾਹੀਦਾ ਜਿਹੜੇ ਪੜ੍ਹੇ ਲਿਖੇ ਇਮਾਨਦਾਰ ਬੰਦੇ ਨੇ। ਅਸੀਂ ਉਹਨਾਂ ਲੋਕਾਂ ਨੂੰ ਵੋਟਾਂ ਨਹੀਂ ਪਾਉਣੀਆਂ ਜਿਨ੍ਹਾਂ ਦੀ ਅੱਜ ਬਾਹੂ ਮਾਜਰੇ ਦੇ ਵਿੱਚ 3 ਫੈਕਟਰੀਆਂ ਫੜੀਆਂ ਗਈਆਂ ਨੇ। ਪੂਰੇ ਕਰੋਨਾ ਕਾਲ ਦੇ ਵਿੱਚ ਹੋਰ ਕੁਝ ਨਹੀਂ ਵਿਕਿਆ। ਇਹਨਾਂ ਦੀ ਜਿਹੜੀ ਨਜਾਇਜ਼ ਦਾਰੂ ਬਣਦੀ ਸੀ ਖੰਨੇ ਦੇ ਵਿੱਚ, ਉਹ ਜ਼ਰੂਰ ਵਿਕੀ ਆ। ਅੱਜ ਸਾਨੂੰ ਪਛਾਣਨ ਦੀ ਲੋੜ ਆ ਕਿ ਅਸੀਂ ਸਾਡੇ ਕੌਣ ਨੇ, ਬਗਾਨੇ ਕੌਣ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕਿ ਆਪਾਂ 20 ਤਰੀਕ ਨੂੰ ਹਾਥੀ ਦਾ ਬਟਨ ਦੱਬ ਕੇ ਆਪਾਂ ਵੋਟ ਆ ਜਿਹੜੀ ਇੱਕ ਡਾਕਟਰ ਸਾਹਿਬ ਨੂੰ ਇੱਥੋਂ ਜਿਤਾ ਕੇ ਭੇਜੀਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਆਪਾਂ ਮੁੱਖ ਮੰਤਰੀ ਬਣਾਈਏ, ਤਾਂ ਕਿ ਜਿਹੜਾ ਪੰਜਾਬ ਦਾ ਵਿਕਾਸ ਆ ਜਿਹੜਾ ਰੁਕਿਆ ਹੋਇਆ, ਉਹਨੂੰ ਦੁਬਾਰੇ ਲੀਹਾਂ ਤੇ ਚਾੜਿਆ ਜਾ ਸਕੇ। ਬੋਲਦੇ ਹੋ ਤਾਂ ਕੋਈ ਵੀ ਉੱਚਾ ਨੀਵਾਂ ਸ਼ਬਦ ਬੋਲਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਡਾਕਟਰ ਜਸਪ੍ਰੀਤ ਨੂੰ ਲੱਡੂਆਂ ਨਾਲ ਜੋੜ ਲੈਣਾ, ਇਹਨੂੰ ਵੋਟਾਂ ਨਾਲ ਵੀ ਉਵੇਂ ਜੋੜ ਦਿਓ। ਆਓ 20 ਤਰੀਕ ਨੂੰ ਇੱਕ ਇੱਕ ਵੋਟ ਬੈਠੋ ਜੀ। ਡਾਕਟਰ ਸਾਹਿਬ ਪਹਿਲਾਂ ਸਾਨੂੰ ਲੱਡੂਆਂ ਨਾਲ ਬਿਠਾਉਣਾ, ਫਿਰ ਸਾਨੂੰ ਕੁਰਸੀ ਤੇ ਬਿਠਾਵਾਂਗੇ। ਚਲੋ ਬੈਠੋ ਜੀ, ਬੈਠੋ। ਮਸ਼ੀਨ ਦਾ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਬਣਾਓ। ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਊਗੀ। ਕੋਈ ਨਹੀਂ ਬਾਜਾ ਖੁੱਲਾ ਹੀ ਟਾਈਮ ਆ। ਜਿੰਨੇ ਕਿ ਤੁਸੀਂ ਲੇਟ ਆਏ ਹੋ ਉਹਨਾਂ ਕਿ ਅਸੀਂ ਲੈ ਲੈਣਾ ਟਾਈਮ ਤੁਹਾਡਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਡਾਕਟਰ ਜਸਪ੍ਰੀਤ ਸਿੰਘ ਜੀ ਬੀਜਾ ਜਿੰਦਾਬਾਦ, ਸਰਦਾਰ ਡਾਕਟਰ ਜਸਪ੍ਰੀਤ ਸਿੰਘ ਜੀ ਬੀਜਾ ਜਿੰਦਾਬਾਦ, ਸਰਦਾਰ ਹਰਜੀਵਨਪਾਲ ਸਿੰਘ ਜੀ ਗਿੱਲ ਗਰਾਹਾ ਪੀਏਸੀ ਦੇ ਮੈਂਬਰ ਨੇ। ਮੁੰਡਾ ਲੱਕੀ ਆ ਜਾ ਭਾਈ। ਲੱਕੀ ਰੌਣੀ ਵਿਚਾਲੇ ਆਓ ਜੀ, ਇਹਨਾਂ ਦਾ ਵੀ ਉਹਨਾਂ ਦਾ ਵੀ ਸਨਮਾਨ ਕੀਤਾ ਜਾਂਦਾ। ਡਾਕਟਰ ਸਾਹਿਬ ਇੱਧਰ। ਗੋਪੀ ਸਿੰਘ ਜੀ ਪ੍ਰਧਾਨ ਬਸਤਾ ਸਰਕਲ ਪਾਲ, ਗੈਰੀ ਪਾਲ। ਹੋਰ ਆਪਣੇ ਦੀ ਕਿਹੜੇ ਚਾਚਾ ਜੀ ਸਾਡੇ ਨਾਲ ਨੇ, ਹਰੀ ਸਿੰਘ ਜੀ, ਚਾਚੇ ਦਾ ਪਾ ਦਈਏ। ਅਸੀਂ ਉਹਨਾਂ ਦਾ ਵੀ ਸਨਮਾਨ ਕਰਦੇ ਹਾਂ। ਨਜ਼ਰ ਕਰੀਓ ਇੱਧਰ ਭਾਈ ਸੋਟਾ ਕਲਾ ਆਓ ਐ ਥੋੜੀ ਤਰਵਿੰਦਰ ਇੱਧਰ ਵੀਰ ਜੀ ਰਾਮਪੁਰ ਤੋਂ ਨੇ, ਇੱਕ ਮਿੰਟ ਉਹਨਾਂ ਦਾ ਵੀ ਸਰੋਪਾ ਦੇ ਕੇ ਸਨਮਾਨ ਕੀਤਾ ਜਾਂਦਾ। ਇੱਧਰ ਹਰੀ ਸਿੰਘ ਦੇ ਬਾਹਰ ਹਰੀ ਸਿੰਘ ਇੱਕ ਮੁੰਡੇ ਦਾ ਨਾਮ ਬੋਲੇ ਸੋ ਨਿਹਾਲ। ਓਕੇ, ਇੱਕ ਮਿੰਟ ਜਕਾਰੇ ਬੁਲਾ ਦਿਓ ਜੀ। ਜਕਾਰੇ ਬੁਲਾ ਦਿਓ ਭਾਈ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ।
ਬਹੁਜਨ ਸਮਾਜ ਪਾਰਟੀ ਜਿੰਦਾਬਾਦ, ਡਾਕਟਰ ਜਸਪ੍ਰੀਤ ਸਿੰਘ ਬੀਜਾ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਨਾਰਾ ਲਾ ਤਾਕਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ, ਤਾਕਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਸ਼੍ਰੋਮਣੀ ਅਕਾਲੀ ਦਲ ਬਸਪਾ ਗੜਜੋੜ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਭਾਈ ਜੀ ਹੁਣ ਤੁਸੀਂ 2 ਮਿੰਟ ਬਹਿਲ ਬਸਪਾ ਦੇ ਪ੍ਰਧਾਨ ਨੇ ਗੈਰੀ ਜੀ, ਉਹਨਾਂ ਦਾ ਸਨਮਾਨ ਰਿਮੀ ਕਰ ਰਹੇ ਨੇ। ਬੋਲੇ ਸੋ ਨਿਹਾਲ। 2-4 ਗੱਲਾਂ ਨੇ ਵੀ ਪੈਸੇ ਜਿਹੜਾ ਪਿੰਡ ਦੇ ਵਿੱਚ ਇਹ ਕੰਮ ਹੋਇਆ, ਆ ਪਾਰਕ ਬਣਿਆ, ਚੌਂਕ ਬਣਿਆ, ਟੋਭੇ ਦੀ ਚਾਰਦੀਵਾਰੀ ਹੋਈ, ਇਹ ਕਿੱਥੋਂ ਪੈਸੇ ਆਏ, ਕਿਹਨੇ ਦਿੱਤੇ? ਜਿਹੜੇ ਇੱਥੇ ਨਿਸ਼ਾ ਦਾ ਨਾਮ ਬੋਲਦਾ ਆਓ ਤੁਸੀਂ ਥੱਲੇ ਬੈਠੋ। ਆ ਬੋਲਿਓ ਨੀਸ਼ਾ ਆ ਨਗਰ ਘਰਾਣੇ ਕਲਾਂ ਤੋਂ ਬੀਬੀ ਆ ਨੀਸ਼ਾ, ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਂਦਾ। ਬੋਲੇ ਸੋ ਨਿਹਾਲ। ਭਾਈਓ 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 ਹੁਣ 2 ਮਿੰਟ। ਗਲੀਆਂ ਨਾਲੀਆਂ ਲਈ 2 ਜਣੇ ਨਹੀਂ ਬੋਲਣ ਲੱਗਾ 94 ਵਿੱਤ ਕਮਿਸ਼ਨ ਦੀ ਪਹਿਲੀ ਕਿਸ਼ਤ 7 ਲੱਖ ਰੁਪਈਆ ਆਈ ਨਗਰ ਨੂੰ, ਜੋ ਕਿ ਇਹ ਜਨਸੰਖਿਆ ਦੇ ਹਿਸਾਬ ਨਾਲ ਸੈਂਟਰ ਤੋਂ ਪੈਸੇ ਆਉਂਦੇ ਨੇ, ਜੋ ਆਪਣੇ ਫੰਡ ਕੱਟੇ ਜਾਂਦੇ ਨੇ, ਆਪਾਂ ਟੈਕਸ ਦਿੰਦੇ ਆ, ਉਹਦੇ ਆਧਾਰ ਤੇ ਆਉਂਦੇ ਹੁੰਦੇ ਨੇ। ਦੂਸਰੇ ਵਿੱਤ ਕਮਿਸ਼ਨ ਦੀ 8 ਲੱਖ 123 ਰੁਪਏ ਆਏ। ਗਲੀਆਂ ਨਾਲੀਆਂ ਲਈ ਤੀਸਰੇ ਵਿੱਤ ਕਮਿਸ਼ਨ ਦੀ ਕਿਸ਼ਤ 8,10,435 ਰੁਪਏ ਆਏ। ਚੌਥੀ ਕਿਸ਼ਤ 16,86,981 ਰੁਪਏ ਆਏ। 15ਵੀਂ ਕਿਸ਼ਤ ਸੀਵਰੇਜ ਗਲੀਆਂ ਨਾਲੀਆਂ ਲਈ 14,08,193 ਰੁਪਏ। 14ਵੇਂ ਵਿੱਤ ਕਮਿਸ਼ਨ ਦੀ ਕਿਸ਼ਤ ਗਲੀਆਂ ਨਾਲੀਆਂ ਲਈ 35,31,899 ਰੁਪਏ। ਵਿੱਤ ਕਮਿਸ਼ਨ ਦੀ ਕਿਸ਼ਤ 5 ਲੱਖ ਰੁਪਇਆ। ਵਿੱਤ ਕਮਿਸ਼ਨ ਦੀ ਕਿਸ਼ਤ 7,39,753 ਰੁਪਏ। ਵਿੱਤ ਕਮਿਸ਼ਨ ਦੀ ਕਿਸ਼ਤ 35 ਲੱਖ ਰੁਪਇਆ। ਕੁੱਲ ਪੈਸੇ ਜਿਹੜੇ ਆਪਾਂ ਨੂੰ ਆਏ ਨੇ, ਉਹ ਆਏ ਨੇ 1,82,72,901 ਰੁਪਇਆ। ਇਹ ਤਾਂ ਆਏ ਨੇ ਜੀ ਆਪਾਂ ਨੂੰ ਵਿੱਤ ਕਮਿਸ਼ਨ ਦੇ ਪੈਸੇ। ਜਿਹੜੀ ਟੋਭੇ ਦੀ ਕੰਧ ਵੀ ਕਰੀ ਆ ਹੁਣ, ਜੋ ਕਿ ਪੰਜਾਬ ਗੌਰਮੈਂਟ ਵੱਲੋਂ ਤੁਹਾਡੇ ਨਗਰ ਨੂੰ ਪੈਸੇ ਆਏ ਨੇ, ਉਹਨਾਂ ਬਾਰੇ ਦੱਸਿਆ ਜਾਂਦਾ। ਪੰਜਾਬ ਏਕਰੀ ਗ੍ਰਾਮ ਸਭਾ ਦੇ ਵਿੱਚ ਪੈਸੇ ਆਏ, ਜਿਹਦੀ ਵਿਹੀ ਬਣੀ ਸ਼ਹੀਦ ਸੁਖਚੈਨਦੀਪ ਸਿੰਘ ਦੇ ਘਰ ਵਾਲੀ 6 ਲੱਖ ਰੁਪਈਆ। ਵਿੱਤ ਕਮਿਸ਼ਨ ਦੀ ਦੂਸਰੀ ਜਿਹੜੀ ਕਿਸ਼ਤ ਆਈ 5 ਲੱਖ ਰੁਪਈਆ, ਜਿਹਦੀ ਗਲੀ 22 ਨੇ ਪੈਸੇ ਪਵਾਏ ਗਏ ਸੀ। ਦਰਸ਼ਨ ਸਿੰਘ ਜੀ ਪੰਚ ਸਾਹਿਬ ਆਪਣੇ ਕੋਲ ਨੇ 11 ਲੱਖ ਰੁਪਈਆ ਆਪਾਂ ਨੂੰ ਇੱਥੋਂ ਕੁੱਲ MLA ਸਾਹਿਬ ਨੇ ਦਿੱਤਾ। ਇੱਕ 5 ਲੱਖ ਰੁਪਈਆ ਕਾਂਗਰਸ ਸਰਕਾਰ ਨੇ ਵਾਪਸ ਲੈ ਲਿਆ ਟੋਭੇ ਦੇ ਪ੍ਰੋਜੈਕਟ ਵਿੱਚੋਂ। ਜਿੰਨਾ 15ਵੇਂ ਵਿੱਤ ਕਮੇਟੀ ਕਲੋਨੀਆਂ ਦਾ ਕੰਮ ਹੋਇਆ, ਜੋੜੇ ਦਰਵਾਜ਼ੇ ਪਾਰਕ ਦੇ ਫੰਡ ਪੰਚਾਇਤ ਚੋਂ ਹੋਏ, ਜਿਹੜਾ ਆਪਣੇ ਪੈਸੇ ਹੁੰਦੇ ਪੰਚਾਇਤ ਵਾਲੇ, ਉਹਦੇ ਚੋਂ ਹੋਏ। ਸਾਰੀਆਂ ਗਲੀਆਂ ਨਾਲੀਆਂ 14ਵੇਂ 15ਵੇਂ ਵਿੱਤ ਕਮਿਸ਼ਨ ਚ ਹਵੇਲੀ ਸਾਹਿਬ ਤੋਂ ਜੋੜੇ ਦਰਵਾਜ਼ਿਆਂ ਵਾਲੀ ਗਲੀ ਕੇਸ ਕਰਕੇ ਜਿਹੜਾ 8 ਲੱਖ ਰੁਪਇਆ ਵਾਪਸ ਲਿਜਾ ਰਹੀ ਸੀ ਸਰਕਾਰ, ਉਹ ਕੇਸ ਲੜ ਕੇ ਵਾਪਸ ਲਿਆ, ਉਹ ਬਣੀ ਆ। ਹੁਣ ਫੈਸਲਾ ਤੁਹਾਡੇ ਹੱਥ 'ਚ ਆ। ਆਉਣ ਵਾਲੀ 20 ਤਰੀਕ ਨੂੰ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ, ਇਹ ਸਰਪੰਚ ਤੁਹਾਡਾ 2 ਵਾਰ ਸਸਪੈਂਡ ਵੀ ਕਰਤਾ, ਫਿਰ ਕੇਸ ਲੜ ਕੇ ਬਹਾਲ ਹੋਇਆ। ਕੰਮ ਕੋਈ
ਕਰਨਾ ਨਹੀਂ, ਸਿਆਸਤ ਤਗੜੀ ਕਰਨੀ ਆ, ਲੋਕਾਂ ਨੂੰ ਮੂਰਖ ਬਣਾਉਣ ਤੇ ਰਹਿਣਾ। ਵੈਸੇ ਤਾਂ ਸਾਰੇ ਜਾਣਦੇ ਹੀ ਨੇ, ਬਾਹਲਾ ਦੱਸਣ ਦੀ ਲੋੜ ਨਹੀਂ ਗੀ ਵੀ ਭਲਾ ਮਾਨਸ ਕੌਣ ਹੁੰਦਾ, ਕੰਮ ਕਰਨ ਵਾਲਾ ਕੌਣ ਆ, ਕੌਣ ਨਹੀਂ। ਇਹ ਹੁਣ ਫੈਸਲਾ ਤੁਸੀਂ ਕਰਨਾ। ਆਉਣ ਵਾਲੀ 20 ਤਰੀਕ ਨੂੰ ਅਸੀਂ ਤਾਂ ਤੁਹਾਨੂੰ ਬੇਨਤੀ ਉਹ ਕਰਦੇ ਆ ਵੀ ਇੱਕ ਇੱਕ ਵੋਟ ਹਾਥੀ ਚੋਣ ਨਿਸ਼ਾਨ ਨੂੰ ਪਾ ਕੇ ਡਾਕਟਰ ਸਾਹਿਬ ਬੈਠੇ ਨੇ ਬੀਜੇ ਤੋਂ, ਇਹਨਾਂ ਨੂੰ ਆਪਾਂ ਕਾਮਯਾਬ ਬਣਾਈਏ। ਪੜ੍ਹੇ ਲਿਖੇ ਨੇ, ਨੌਜਵਾਨ ਨੇ, ਆਪਾਂ ਜਦ ਮਰਜ਼ੀ ਇਹਨਾਂ ਦੀ ਬਾਂਹ ਮਰੋੜ ਕੇ ਕੰਮ ਕਰਾ ਸਕਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਆ, ਇਹ ਟਿਕਟ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਦੇ ਆਈ ਆ। ਹਾਥੀ ਚੋਣ ਨਿਸ਼ਾਨ ਆ, ਇੱਥੇ ਹਾਥੀ ਦੇ ਚੋਣ ਨਿਸ਼ਾਨ ਤੇ ਆਪਾਂ ਹੁਣ ਬਟਨ ਦੱਬਣਾ। ਤੱਕੜੀ ਹੋਣੀ ਨਹੀਂ, ਤੱਕੜੀ ਖੰਨੇ ਆ, ਸਮਰਾਲੇ ਆ, ਸਾਹਨੇਵਾਲ ਆ। ਇੱਥੇ ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨਾ ਹਾਥੀ, ਉਹਦੀ ਮਸ਼ੀਨ ਦਾ ਬਟਨ ਪਹਿਲੇ ਨੰਬਰ ਤੇ ਹੀ ਆ। ਕਿਸਮਤ ਤਾਂ ਪਹਿਲੀ ਤੇਜ਼ ਹੈ ਇਹਨਾਂ ਦੀ। ਬਾਕੀ ਹੁਣ ਤੁਸੀਂ ਨਗਰ ਵਾਲਿਆਂ ਨੇ ਕਰਨੀ ਆ, ਸਾਰੇ ਹਲਕੇ ਵਾਲਿਆਂ ਨੇ ਕਰਨੀ ਆ। ਅਸੀਂ ਤੁਹਾਨੂੰ ਡਾਕਟਰ ਸਾਹਿਬ ਵਿਸ਼ਵਾਸ ਦਿਵਾਉਂਦੇ ਆ ਨਗਰ ਵਾਸੀ ਵੀ ਜਿਵੇਂ ਤੁਹਾਨੂੰ ਲੱਡੂਆਂ ਨਾਲ ਜੋਕਿਆ, ਤੁਹਾਨੂੰ ਵੋਟਾਂ ਨਾਲ ਵੀ ਐਵੇਂ ਜੋਕ ਕੇ ਭੇਜਾਂਗੇ। ਸਾਰੇ ਹੀ ਵੀਰ ਮੇਰੇ ਵਿਸ਼ਵਾਸ ਦਿਵਾਓ ਡਾਕਟਰ ਸਾਹਿਬ ਨੂੰ ਹੱਥ ਖੜੇ ਕਰਕੇ, ਬੋਲੇ ਸੋਨਿਹਾਲ। ਐਨੀਆਂ ਹੀ ਵੋਟਾਂ ਨਾਲ ਤੁਹਾਨੂੰ ਜਿਤਾ ਕੇ ਤੋਰਾਂਗੇ। ਡਾਕਟਰ ਜਸਪ੍ਰੀਤ ਸਿੰਘ ਜੀ ਬੀਜਾ ਨੂੰ ਵਿਸ਼ਵਾਸ ਦਿਵਾਉਂਦੇ ਆ। ਹੁਣ ਆਪਣੇ ਵਿੱਚ ਸਰਦਾਰ ਹਰਜੀਵਨ ਸਿੰਘ ਜੀ ਗਿੱਲ 2 ਮਿੰਟ ਲਈ ਆਪਣੀ ਹਾਜ਼ਰੀ ਦਿਵਾਉਣਗੇ, ਕਿਉਂਕਿ ਲੇਟ ਪਹਿਲੇ ਹੀ ਬਹੁਤ ਆ। 1 ਵਜੇ ਦਾ ਟਾਈਮ ਦੇ ਦਿੱਤਾ ਹੀ ਤੁਸੀਂ, 3 ਵਜਣ ਵਾਲੇ ਨੇ। ਆਓ ਜੀ। ਲੱਖਾਂ ਅੱਜ ਤੁਹਾਡੇ ਚ ਐਮਐਲਏ ਬਣ ਕੇ ਕੀ ਕੁਛ ਕਰਕੇ ਗਿਆ 5 ਸਾਲ ਦੇਖ ਲਓ। ਦੂਜੇ ਪਾਸੇ ਉਹ ਪਤਾ ਨਹੀਂ ਕਿੱਥੋਂ ਡੱਕਾ ਇਕੱਠਾ ਕਰਕੇ ਕਿਹੜੇ ਘਰ ਦਾ, ਕਿਹੜੇ ਕਾਟ ਦਾ, ਕਿਹੜੇ ਦਰਖਤ ਦਾ, ਉਹ ਇੱਕ ਤੀਲੇ ਵਾਲੀ ਪਾਰਟੀ ਬਣਾਈ ਹੈ ਕਿ ਝਾੜੂ ਪਾਰਟੀ। ਤੀਲੇ ਵਾਲੀ ਮੈਂ ਤਾਂ ਕਹਿਣਾ ਹਰ ਵਾਰ ਉਹਨਾਂ ਦੇ ਤੀਲੇ ਖਿੰਡ ਜਾਂਦੇ ਨੇ। ਜੇ ਤੁਸੀਂ ਐਮਪੀ ਜਿਤਾ ਕੇ ਭੇਜਦੇ ਹੋ ਤਾਂ ਉਹਨਾਂ ਦੇ ਤੀਲੇ ਖਿੰਡ ਜਾਂਦੇ ਨੇ। ਜੇ ਤੁਸੀਂ ਐਮਐਲਏ ਬਣਾ ਕੇ ਭੇਜਦੇ ਹੋ ਤਾਂ ਉਹਨਾਂ ਦੇ ਤੀਲੇ ਖਿੰਡ ਜਾਂਦੇ ਨੇ। 21-22 ਚੋਂ ਸਿਰਫ 8 ਜਾਂ 9 ਐਮਐਲਏ ਅੱਜ ਉਹਨਾਂ ਦੇ ਨਾਲ ਨੇ, ਔਰ ਕਈ ਐਮਐਲਏਆਂ ਦਾ ਤਾਂ ਇਹੀ ਨਹੀਂ ਪਤਾ ਉਹ ਪਾਰਟੀ 'ਚ ਕਿਹੜੀ ਨੇ ਇਹੀ ਜਿਹੇ ਐਮਐਲਏ ਬਣਾ ਕੇ ਭੇਜੇ। ਸਾਡੇ ਲੋਕ ਕਿਤੇ ਨਾ ਕਿਤੇ ਪਲਟਾ ਖਾ ਜਾਂਦੇ ਨੇ, ਪਰ ਕਢਾਣੀ ਹਮੇਸ਼ਾ ਡਾਕਟਰ ਸਾਹਿਬ ਇੱਕ ਇਤਿਹਾਸਿਕ ਫੈਸਲਾ ਦਿੰਦਾ ਹੁੰਦਾ ਹੈ। ਸਾਡੇ ਵੱਡੇ ਪਿੰਡ ਨੇ ਜਿਹੜੇ ਉਹਨਾਂ ਚੋਂ ਕਢਾਣੀ ਇੱਕਾ ਪਾਇਲ ਦੇ, ਔਰ ਬੜਾ ਮਾਣ ਤੇ ਸਤਿਕਾਰ ਹੈ ਕਢਾਣੀ ਦਾ, ਕਿਉਂਕਿ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਹੁਣ ਤਾਂ ਫੈਸਲੇ ਵੀ ਕਢਾਣੀ ਛੋਣ ਲੱਗੇ, ਹੁਣ ਤਾਂ ਮੀਟਿੰਗਾਂ ਵੀ ਕਢਾਣੀ ਛੋਂਦੀਆਂ। ਦੂਜੇ ਪਾਸੇ ਉਹਨਾਂ ਦਾ ਉਮੀਦਵਾਰ ਤੁਸੀਂ ਜਾਣਦੇ ਹੀ ਹੋ, ਗਿਆਸਪੁਰਾ ਮਨਵਿੰਦਰ ਸਿੰਘ। ਕੀ ਕਹਾਂ, ਤੁਸੀਂ ਪੜ੍ਹੇ ਲਿਖੇ ਹੋ, ਚੈੱਕ ਕਰਿਓ ਹੋਂਦ ਚਿੱਲੜ ਤੋਂ ਇਹ ਪੈਸੇ ਲੈ ਕੇ ਭੱਜਿਆ। ਹੋਂਦ ਚਿੱਲੜ ਦਾ ਪ੍ਰਧਾਨ ਕਹਿੰਦਾ ਮੈਂ ਪਾਇਲ ਚਾਉਣਾ ਚਾਹੁੰਦਾ, ਮੈਂ ਇਹਦੀ ਸੱਚਾਈ ਦੱਸਣੀ ਚਾਹੁੰਦਾ, ਪਰ ਕਿਸੇ ਕਾਰਨ ਉਹ ਨਹੀਂ ਪਹੁੰਚ ਸਕਿਆ ਹਜੇ ਤੱਕ। ਗੋਗੀਆ ਸਾਹਿਬ ਉਹਦਾ ਨਾਮ ਹੈ। ਆਪਣੇ ਆਪ ਨੂੰ ਸਿੱਖਾਂ ਦਾ ਇਹ ਉਹ ਕਰਦਾ, ਔਰ ਜੇ ਕੋਈ ਸੱਚਾ ਸਿੱਖ ਹੋਊਗਾ ਜਿਸ ਲੋੜ ਦਾ ਕੇਜਰੀਵਾਲ ਦਾ ਰਵੱਈਆ, ਉਹ ਪੰਜਾਬ ਦਾ ਕੋਈ ਗੁਰਸਿੱਖ ਗੈਰਤ ਵਾਲਾ ਸਿੱਖ ਹੋਊਗਾ, ਉਹ ਕੇਜਰੀਵਾਲ ਨਾਲ ਨਹੀਂ ਜੁੜੂਗਾ। ਆ ਗਿਆ ਨਾ ਆਪਣੇ ਚ ਲਾਪਰਾ ਵਾਪਸ, ਉਧਰੋਂ ਇਲੈਕਸ਼ਨ ਲੜ ਕੇ ਗੋਪਾ ਰਾਏ ਸਾਹਿਬ ਆ ਛੋਟੀ ਕਢਾਣੀ ਵਾਲੇ ਆ ਗਏ ਨਾ ਕਾਂਗਰਸ ਚੋਂ 35 40 ਸਾਲ ਲਾ ਕੇ। ਅਸੀਂ ਹੋਕਾ ਪਹਿਲਾਂ ਵੀ ਦਿਆ ਕਰਦੇ ਸੀ ਕਿ ਭਾਈ ਇਹ ਕਾਂਗਰਸ ਵਾਲੇ ਠੀਕ ਨਹੀਂ, ਪਰ ਕਿਤੇ ਪੜੋ ਤਾਲ ਕਰਕੇ ਇਹ ਜਿੱਤਦੇ ਰਹੇ ਨੇ ਇਲੈਕਸ਼ਨ। ਕਿਤੇ ਨਾ ਕਿਤੇ ਮੈਨੂੰ ਕੋਈ ਗਿਲਾ ਨਹੀਂ ਇਸ ਚੀਜ਼ 'ਚ ਕਹੇ, ਕਿਤੇ ਨਾ ਕਿਤੇ ਕਮੀਆਂ ਸਾਡੇ 'ਚ ਰਹਿ ਗਈਆਂ ਹੋਣਗੀਆਂ, ਅਸੀਂ ਜ਼ਿੰਮੇਵਾਰ ਹੈ। ਪਰ ਹੁਣ ਨਹੀਂ, 2021-2022 ਤੋਂ ਬਾਅਦ ਨਹੀਂ, ਕਿਉਂ ਕਰਕੇ ਕਰੋਨਾ 'ਚ ਇਹਨਾਂ ਨੇ ਜੋ ਕਾਲਾ ਬਾਜ਼ਾਰੀ ਕੀਤੀ ਹੈ, ਕਰੋਨਾ 'ਚ ਜਿਵੇਂ ਇਹਨਾਂ ਦੀਆਂ ਆਪਣੀਆਂ ਫੋਰਚੂਨਰ 45 ਲੱਖ ਵਾਲੀਆਂ ਕਾਰਾਂ ਬਣੀਆਂ ਨੇ, ਅਸੀਂ ਵੀ ਜਾਣਦੇ ਹਾਂ, ਅਸੀਂ ਵੀ ਸਾਰਾ ਕੁਝ ਜਾਣਦੇ ਹਾਂ। ਚਿੱਠੇ ਇਹਨਾਂ ਦੇ ਫੁੱਲੇ ਜਾਣਗੇ ਆਉਣ ਵਾਲੇ ਸਮੇਂ। ਤੁਹਾਡੇ ਮੂਹਰੇ ਬੈਠਾ ਇੱਕ ਸੈਲਫ ਮੇਡ ਆਦਮੀ, ਜਿਸਨੇ ਪਿਤਾ ਜੀ ਨੇ ਖੁਦ ਗਰੀਬੀ ਚੋਂ ਉੱਠ ਕੇ ਆਪਣਾ ਹਸਪਤਾਲ ਬਣਾਇਆ ਬੀਜੇ, ਔਰ ਉਹ ਅੱਜ ਵੀ ਗਰੀਬਾਂ ਦੀ ਸੇਵਾ ਕਰ ਰਿਹਾ, ਸਮੁੱਚਾ ਪਰਿਵਾਰ ਗਰੀਬਾਂ ਦੀ ਸੇਵਾ ਕਰ ਰਿਹਾ।
ਪੜ੍ਹਿਆ ਲਿਖਿਆ ਹਲੀਮੀ ਵਾਲਾ ਉਮੀਦਵਾਰ। ਸਾਨੂੰ ਬਹੁਤ ਚਿਰ ਤੋਂ ਤਲਾਸ਼ ਸੀ ਅਜਿਹੇ ਉਮੀਦਵਾਰ ਦੀ। ਅੱਜ ਅਸੀਂ ਸਪੋਰਟ ਕਰਦੇ ਹਾਂ ਤਨੋ ਮਨੋ ਤੇ ਤਨੋ ਡਾਕਟਰ ਜਸਪ੍ਰੀਤ ਸਿੰਘ ਬੀਜਾ ਦੀ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਅਹੁਦੇਦਾਰ ਹੋਣ ਦੇ ਨਾਤੇ ਪਾਰਟੀ ਦੇ ਮੈਂ ਬੜੀ ਜ਼ਿੰਮੇਵਾਰੀ ਨਾਲ ਦੋ ਗੱਲਾਂ ਕਹਿ ਸਕਦਾ। ਪੂਰੇ ਸਰਵੇ ਕਰਕੇ ਪੂਰੀ ਉਹਨੂੰ ਕੀ ਕਹਿੰਦੇ ਆ ਚੰਗੀ ਤਰ੍ਹਾਂ ਦੇਖ ਕੇ ਤਲਾਸ਼ ਕੇ ਇਹਨਾਂ ਨੂੰ ਉਮੀਦਵਾਰ ਬਣਾਇਆ। ਦੂਜੀ ਗੱਲ ਮੈਂ ਅੱਜ ਹੋਰ ਇੱਕ ਐਲਾਨ ਕਰ ਦਵਾਂ ਇੱਥੇ, ਜਿਹੜੀ ਪ੍ਰਧਾਨ ਜੀ ਦੇ ਸੁਖਬੀਰ ਸਿੰਘ ਬਾਦਲ ਦੇ ਨਾਲ ਸੰਪਰਕ ਚ ਜਦੋਂ ਵੀ ਆਏ ਆ ਇਹ ਗੱਲ ਦਾ ਅਹਿਸਾਸ ਹੋਇਆ ਕਿ ਤੁਸੀਂ ਐਮਐਲਏ ਨੂੰ ਵੋਟ ਨਹੀਂ ਪਾ ਰਹੇ, ਤੁਸੀਂ ਆਉਣ ਵਾਲੇ ਇਹਨਾਂ ਨੂੰ ਜਿਤਾਓ ਔਰ ਇੱਕ ਵਜ਼ੀਰ ਨੂੰ ਤੁਹਾਡੀ ਵੋਟ ਪੈ ਰਹੀ ਹੋਊਗੀ। ਸਰ ਸੁਖਬੀਰ ਸਿੰਘ ਬਾਦਲ ਭੈਣ ਮਾਇਆਵਤੀ ਉਸ ਦੀਆਂ ਨਜ਼ਰਾਂ ਵੀ ਪੈਲ ਤੇ ਨੇ, ਕਿਉਂ ਕਰਕੇ ਕਿਤੇ ਨਾ ਕਿਤੇ ਧੋਖੇ ਵਾਲੇ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਧੋਖੇ ਵਾਲੇ ਦਾ ਧੋਖਾ ਦੇ ਹੀ ਦਿੰਦੇ ਨੇ। ਉਹ ਭੈਣ ਮਾਇਆਵਤੀ ਦੀਆਂ ਵੀ ਇੱਥੇ ਇਹ ਨੇ ਕਿ ਇਹਨਾਂ ਨੂੰ ਜਿਤਾਓ, ਕਾਮਯਾਬ ਕਰੋ। ਬੜੀ ਭਾਰੀ ਰੈਲੀਆਂ ਹੋ ਰਹੀਆਂ ਨੇ। ਤੁਸੀਂ ਇਹ ਮੰਨੋ ਕਿ ਇਸ ਵਕਤ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਨੇਰੀ ਹਰ ਸੀਮਾ ਟੱਪ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਇਹ ਤੁਹਾਡੇ ਦਿਲਾਂ ਦੀ ਪੁਕਾਰ ਬਣ ਕੇ ਐਨ ਦਿਖੂਗੀ। ਅੱਜ ਜ਼ਰੂਰਤ ਹੈ ਇਕੱਠੇ ਹੋ ਕੇ ਕੋਈ ਕੁਛ ਨਾ ਦੇਖ ਕੇ ਡਾਕਟਰ ਜਸਪ੍ਰੀਤ ਸਿੰਘ ਬੀਜਾ ਨੂੰ, ਬੇਦਾਗ ਤੇ ਬੇਲਾਗ ਇਨਸਾਨ ਹੈ, ਇਹਨਾਂ ਨੂੰ ਕਾਮਯਾਬ ਕਰੋ। ਬਾਕੀ ਅਸੀਂ ਸਾਰੇ ਬੈਠੇ ਹਾਂ, ਅੱਗੇ ਵੀ ਆਪਾਂ ਸੰਪਰਕ ਚ ਅੱਗੇ ਤੋਂ ਵੀ ਰਹਿਣਾ। ਪੁਸ਼ਤ ਦਰ ਪੁਸ਼ਤ ਪੀੜੀ ਦਰ ਪੀੜੀ ਤੁਹਾਡੇ ਨਾਲ ਵਾਸਤਾ ਹੈ, ਤੁਹਾਡੇ ਨਾਲ ਆਉਂਦੇ ਜਾਂਦੇ ਆ। ਇੰਨਾ ਕੁਛ ਕਹਿੰਦਾ ਹੋਇਆ ਖੇਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਇਹਨਾਂ ਨੇ ਦੱਸੀ ਆਪਾਂ ਨੂੰ ਤੀਲਾਂ ਵਾਲੇ ਦੀ ਗੱਲ ਉਹ ਸਹੀ ਆ। ਐਮਐਲਏ ਇਕੱਠੇ ਰੱਖ ਨਹੀਂ ਸਕੇ, ਐਮਪੀ ਉਹਨਾਂ ਦੇ ਨਹੀਂ ਰਹੇ। ਉਹਨਾਂ ਦਾ ਐਮਪੀ ਡਾਕਟਰ ਗਾਂਧੀ ਕਿੰਨਾ ਸਿਆਣਾ ਬੰਦਾ ਸੀ, ਉਹਨੂੰ ਵੀ ਉਹਨਾਂ ਨੇ ਦਵਿਲਤਾ। ਇਹ ਜਿਹੜਾ ਕੇਜਰੀਵਾਲ ਆ ਇਹ ਮੋਦੀ ਦਾ ਹੀ ਯਾਰ ਆ, ਇੱਕੋ ਹੀ ਆ। ਰੁਪਈਏ ਦੇ ਦੋ ਪਹਿਲੂ ਨੇ, ਇੱਕ ਪਾਸੇ ਸ਼ੇਰ ਆ ਇੱਕ ਪਾਸੇ 5 ਜਾਂ 10 ਜਾਂ 1 ਲਿਖਿਆ। ਇਹ ਉਸ ਤੋਂ ਵੀ ਖਤਰਨਾਕ ਬੰਦਾ। ਜਿਹੜੇ ਮੇਰੇ ਨੌਜਵਾਨ ਬਹੁਤ ਕਹੀ ਜਾਂਦੇ ਨੇ ਨਹੀਂ ਜੀ ਬਦਲਾਅ ਦੇਖ ਲਓ, ਇੱਕ ਵਾਰ ਬਦਲਾਅ ਦੇਖ ਲਓ। ਬਦਲਾਅ ਤਾਂ ਹੁੰਦਾ ਜੇ ਇਹਨਾਂ ਨੂੰ ਤੁਸੀਂ ਮੌਕਾ ਨਾ ਦਿੱਤਾ ਹੁੰਦਾ। ਐਮਪੀ ਤੁਸੀਂ ਬਣਾਤੇ, ਇਹਨਾਂ ਦੇ ਵਿਰੋਧੀ ਧਿਰ ਚ ਤੁਸੀਂ ਬਿਠਾਤੇ। ਪਹਿਲਾਂ ਸੁਖਪਾਲ ਖਹਿਰਾ ਬਣਾ ਲਿਆ, ਫਿਰ ਉਹ ਵੀ ਚਲਿਆ ਗਿਆ। ਇਹ ਹੁਣ ਤੁਸੀਂ ਸੋਚਣਾ ਠੰਡੇ ਦਿਮਾਗ ਨਾਲ ਵੋਟ ਪਾਉਣ ਦਾ ਤੁਹਾਡਾ ਆਪਣਾ ਪੂਰਾ ਅਧਿਕਾਰ ਆ। ਦੇਖ ਲਿਓ ਕਿਤੇ ਕੋਈ ਗਲਤੀ ਨਾ ਕਰ ਲਿਓ। ਪਹਿਲਾਂ ਕੁੱਟ ਖਾ ਲਈ, ਫਿਰ ਸਾਰਾ ਪੰਜਾਬ ਨੂੰ ਵੇਚ ਕੇ ਦਿੱਲੀ ਜਾ ਕੇ ਜਾਣਗੇ। ਉਹਦਾ ਪਹਿਲੇ ਹੀ ਕਹਿੰਦਾ ਹਰਿਆਣੇ ਜਾਓ, ਹਰਿਆਣੇ ਨੂੰ ਪਾਣੀ ਦਿਓ। ਬਿਜਲੀ ਤੁਹਾਡੀ ਦਿੱਲੀ ਜਾਂਦੀ ਆ, ਪਰਾਲੀ ਦਾ ਧੂੰਆਂ ਤੁਹਾਡਾ ਦਿੱਲੀ ਚਲਾ ਜਾਂਦਾ, ਹਜੇ ਤੁਸੀਂ ਜੀਰੀ ਵੱਢਦੇ ਨਹੀਂ ਹੁੰਦੇ। ਫਿਰ ਕਹਿੰਦਾ ਮੈਂ ਤਾਂ ਇੱਥੇ 10 ਸਾਲ ਪੁਰਾਣੀ ਗੱਡੀ ਨਹੀਂ ਚੱਲਣ ਦੇਣੀ। ਇੰਨੀ ਆਪਣੇ ਕੋਲ ਕਿਸੇ ਕੋਲ ਇੰਨੀ ਆਮਦਨ ਹੈ ਨਹੀਂ ਵੀ ਆਪਾਂ ਨਵੀਆਂ ਗੱਡੀਆਂ ਰੱਖੀਏ, ਨਵੇਂ ਸਕੂਟਰ ਮੋਟਰਸਾਈਕਲ ਰੱਖੀਏ। ਇਹ ਕੋਈ ਸੋਚ ਵਿਚਾਰ ਲਿਓ। ਸੋਚ ਵਿਚਾਰ ਕੇ 5 ਸਾਲ ਲਈ ਤੁਸੀਂ ਆਪਣੇ ਆਪ ਨੂੰ ਇਹਨਾਂ ਦੇ ਕੋਲ ਦੇਣਾ। ਇਹ ਤੁਸੀਂ ਸੋਚਣਾ ਵੀ ਇੱਥੇ ਵਾਲਾ ਬੰਦਾ ਚਾਹੀਦਾ ਕਿ ਦਿੱਲੀ ਵਾਲਾ ਚਾਹੀਦਾ। ਪਹਿਲਾਂ ਵੀ ਦਿੱਲੀ ਦਾ 75 ਸਾਲ ਦਾ ਗਾਂਧੀ ਪਰਿਵਾਰ ਰਾਜ ਕਰਦਾ ਆਪਣੇ ਤੇ, ਹੁਣ ਵੀ ਇਹ ਕਰਦਾ। ਇੱਕ ਮੌਕਾ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੂੰ ਦੇ ਕੇ ਦੇਖੋ। ਤੁਹਾਡੇ ਪੰਜਾਬ ਦੇ ਸਾਰੇ ਕੈਂਡੀਡੇਟ ਨੇ, ਸਾਰਾ ਕੁਝ ਪੰਜਾਬ ਤੋਂ ਹੀ ਹੋਣਾ। ਤੁਹਾਡੀ ਲੀਡਰਸ਼ਿਪ ਇੱਥੇ ਆ।
ਇੰਨਾ ਕੁਝ ਕਹਿੰਦਾ ਹੋਇਆ ਖਿਮਾ ਜੇ ਕੋਈ ਸ਼ਬਦ ਸ਼ਾਮ ਦੇ ਖਿਲਾਫ ਕਿਹਾ ਗਿਆ ਹੋਵੇ ਉਹਦੀ ਮਾਫੀ ਮੰਗ ਰਹੇ ਆ। ਵੈਸੇ ਤਾਂ ਕਿਹਾ ਨਹੀਂ, ਜਿੰਨੀ ਕੁ ਸੋਚ ਬੋਝ ਹੈਗੀ ਆ ਠੀਕ ਹੈ ਕਿਹਾ। ਹੁਣ ਆਪਣੇ ਵਿੱਚ ਆਪਣੇ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸਰਦਾਰ ਡਾਕਟਰ ਜਸਪ੍ਰੀਤ ਸਿੰਘ ਜੀ ਬੀਜਾ ਉਹ ਆਪਣੇ ਵਿਚਾਰ ਰੱਖਣਗੇ। ਉਹਨਾਂ ਨੂੰ ਨਗਰ ਚ ਆਉਣ ਤੇ ਜੀ ਆਇਆਂ ਕਹਿੰਦੇ ਆ ਸਾਰੇ ਹੀ, ਤੇ ਉਹਨਾਂ ਨੂੰ ਆਪਾਂ ਲੱਡੂਆਂ ਨਾਲ ਵੀ ਤੋਲਿਆ। ਹੁਣ ਆਪਾਂ 2-3 ਨਾਰੇ ਲਾ ਲਈਏ, ਤੁਸੀਂ ਥੋੜੇ ਗਰਮ ਹੋ ਜਾਵੋ, ਇਹਨਾਂ ਦੀਆਂ ਗੱਲਾਂ ਕਨੀ ਵੱਧ ਧਿਆਨ ਦੇਵੋ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਸਰਦਾਰ ਡਾਕਟਰ ਜਸਪ੍ਰੀਤ ਸਿੰਘ ਜੀ ਬੀਜਾ, ਸਰਦਾਰ ਡਾਕਟਰ ਜਸਪ੍ਰੀਤ ਸਿੰਘ ਜੀ ਬੀਜਾ। ਪਰਮ ਸਤਿਕਾਰਯੋਗ ਸਮੂਹ ਨਗਰ ਨਿਵਾਸੀ ਪਿੰਡ ਘੁੜਾਣੀ ਕਲਾਂ ਤੇ ਅੱਜ ਦੇ ਇਸ ਵੱਡੇ ਇਕੱਠ ਦੇ ਵਿੱਚ ਪਹੁੰਚੇ ਹੋਏ ਸਾਰੇ ਹੀ ਮੇਰੇ ਨੌਜਵਾਨ ਵੀਰ, ਬਜ਼ੁਰਗ ਸਾਹਿਬਾਨ, ਮੇਰੀਆਂ ਭੈਣਾਂ, ਮਾਤਾਵਾਂ, ਬੱਚੇ ਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੰਚ ਤੇ ਵਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ PAC ਸਰਦਾਰ ਹਰਜੀਵਨਪਾਲ ਸਿੰਘ ਜੀ ਗਿੱਲ, ਡਾਕਟਰ ਸੁਰਿੰਦਰ ਸਿੰਘ ਸ਼ਾਹਪੁਰ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਵਿੰਦਰ ਸਿੰਘ ਦੌਲਤਪੁਰ ਜੀ, ਰਿੰਮੀ ਘੁੜਾਣੀ ਜੀ ਤੇ ਸਾਡੇ ਰਾਜੀ ਮੰਗੇਵਾਲ ਜੀ ਬਾਬਾ ਪੈਲ ਤੋਂ, ਸਾਡੇ ਸਰਦਾਰ ਪ੍ਰੀਤਮ ਸਿੰਘ ਜੀ ਪੈਲ ਤੇ ਸਾਡੇ ਮਦਨੀਪੁਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰਾ ਛੋਟਾ ਵੀਰ ਸੁਖਵਿੰਦਰ ਸਿੰਘ ਮਦਨੀਪੁਰ ਤੇ ਸਾਰੀ ਦਰਜਾ ਬਦਰਜਾ ਤੇ ਸਾਡੇ ਮੌਜੂਦਾ MLA ਸਰਦਾਰ ਲਖਵੀਰ ਸਿੰਘ ਲੱਖਾ ਜੀ ਦੇ ਸਕੇ ਚਾਚਾ ਜੀ ਸਰਦਾਰ ਹਰੀ ਸਿੰਘ ਜੀ ਤੇ ਸਰਦਾਰ ਮੋਹਨ ਸਿੰਘ ਜੀ ਤੇ ਸਾਡੇ ਇਸੇ ਨਗਰ ਤੋਂ ਸਾਡੇ ਸਰਪੰਚ ਸਾਹਿਬ ਹਨੀ ਘੁੜਾਣੀ ਜੀ, ਸਾਡੇ ਇਸ ਮੰਚ ਦਾ ਸੰਚਾਲਨ ਕਰ ਰਹੇ ਰਾਜਵੀਰ ਸਿੰਘ ਜੀ, ਸਰਦਾਰ ਕੇਸਰ ਸਿੰਘ ਜੀ ਤੇ ਸਾਡੇ ਬਸਪਾ ਦੇ ਆਗੂ ਬੀਬੀ ਨਿਸ਼ਾ ਘੁੜਾਣੀ ਜੀ, ਕੁਲਵੰਤ ਸਿੰਘ ਜੀ, ਮੇਰਾ ਵੀਰ ਬੱਬੂ ਤੇ ਸਾਡੇ ਪੁਰਾਣੇ ਤੇ ਟਕਸਾਲੀ ਸਰਦਾਰ ਪਿਆਰਾ ਸਿੰਘ ਜੀ ਘੁੜਾਣੀ, ਗੁਰਜੰਟ ਸਿੰਘ ਜੀ ਤੇ ਮੇਰਾ ਵੀਰ ਜੋਗੀ ਘਲੋਟੀ ਤੇ ਅੱਜ ਦੀ ਇਸ ਕਵਰੇਜ ਕਰ ਰਹੇ ਮੇਰੇ ਪੱਤਰਕਾਰ ਭਰਾ ਮਨਪ੍ਰੀਤ ਸਿੰਘ ਰਣਦੇਓ ਜੀ ਤੇ TRC ਚੈਨਲ ਤੋਂ ਸਰਦਾਰ ਜਗਤਾਰ ਸਿੰਘ ਜੀ, ਸਰਦਾਰ ਪਰਮਿੰਦਰ ਸਿੰਘ ਜੀ, ਬਲਦੇਵ ਸਿੰਘ ਜੀ, ਸਵਰਨ ਸਿੰਘ ਜੀ ਤੇ ਸਾਡੇ ਪੈਲ ਤੋਂ ਮੇਰੇ ਛੋਟੇ ਵੀਰ ਗੈਰੀ ਤੇ ਗੋਪੀ ਤੇ ਦਰਜਾ ਬਦਰਜਾ ਤੁਸੀਂ ਸਾਰੇ ਸਤਿਕਾਰਯੋਗ ਸਾਥੀ ਜਿਨ੍ਹਾਂ ਦਾ ਨਾਂ ਮੈਂ ਨਹੀਂ ਵੀ ਬੋਲਿਆ, ਮੈਂ ਉਹਨਾਂ ਤੋਂ ਮਾਫੀ ਚਾਹੁੰਦਾ। ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ ਜਾਣਦੇ ਹੀ ਹੋ ਵੀ ਹੁਣ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਸਾਰੇ ਵੱਖ-ਵੱਖ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਦੇ ਸਾਡੇ ਕੋਲ ਆ ਰਹੀਆਂ ਨੇ, ਪਰ ਆਪਾਂ ਨੇ ਬੜੀ ਸੋਚ ਸਮਝ ਕੇ, ਬੜੀ ਸੂਝ-ਬੂਝ ਦੇ ਨਾਲ, ਆਪਣੀ ਅਕਲ ਦੇ ਨਾਲ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰਨਾ, ਕਿਉਂਕਿ ਬਾਬਾ ਸਾਹਿਬ ਅੰਬੇਦਕਰ ਨੇ 26 ਜਨਵਰੀ 1950 ਨੂੰ ਸਾਨੂੰ ਵੋਟ ਦਾ ਅਧਿਕਾਰ ਲਿਖ ਦਿੱਤਾ ਆਪਣੇ 4 ਪੁੱਤ ਮਰਾ ਕੇ, ਕਿਉਂਕਿ 1950 ਤੋਂ ਪਹਿਲਾਂ ਸਾਨੂੰ ਕਿਸੇ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਹੁੰਦਾ। ਤੇ ਜਿਸ ਦਿਨ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਉਸ ਦਿਨ ਬਾਬਾ ਸਾਹਿਬ ਅੰਬੇਦਕਰ ਨੇ ਸਾਰੇ ਦੇਸ਼ ਵਾਸੀਆਂ ਨੂੰ ਇੱਕ ਗੱਲ ਕਹੀ ਕਿ ਅੱਜ ਤੋਂ ਬਾਅਦ ਰਾਜਾ ਰਾਣੀ ਦੇ ਪੇਟ ਚੋਂ ਨਹੀਂ, ਵੋਟ ਦੀ ਪੀਪੀ ਚੋਂ ਜੰਮਿਆ ਕਰੇਗਾ। ਪਰ ਆਪਾਂ ਨੇ, ਚਾਹੇ ਆਪਾਂ ਜਾਣੇ ਅਣਜਾਣੇ ਚ ਕਹਿ ਲਈਏ, ਚਾਹੇ ਗਲਤੀ ਨਾਲ ਕਹਿ ਲਈਏ, ਆਪਾਂ ਨੇ ਫੇਰ 2017 ਚ ਗਲਤੀ ਕੀਤੀ ਤੇ ਰਾਜਾ ਜਿਹੜਾ ਆਪਾਂ ਨੇ ਫੇਰ ਰਾਣੀ ਦੇ ਪੇਟ ਵਾਲਾ ਹੀ ਬਣਾ ਲਿਆ, ਕੈਪਟਨ ਅਮਰਿੰਦਰ ਸਿੰਘ। ਤੇ ਉਹਦਾ ਰਿਜ਼ਲਟ ਕੀ ਹੋਇਆ ਕਿ ਸਾਨੂੰ ਪੰਜਾਬ ਨੂੰ 10-15 ਸਾਲ ਪਿੱਛੇ ਧੱਕਤਾ। ਜਿੱਥੇ ਸਾਨੂੰ ਸਰਕਾਰੀ ਨੌਕਰੀਆਂ ਚਾਹੀਦੀਆਂ ਸੀ ਉੱਥੇ ਹੀ ਸਾਡੀਆਂ ਜਿਹੜੀਆਂ 1.5 ਲੱਖ ਦੇ ਕਰੀਬ ਸਰਕਾਰੀ ਨੌਕਰੀਆਂ ਖਤਮ ਕਰਤੀਆਂ ਇਹਨਾਂ ਨੇ। ਉਸ ਤੋਂ ਇਲਾਵਾ ਇੱਥੋਂ ਦਾ ਨੁਮਾਇੰਦਾ ਜਿਹੜਾ ਸਰਦਾਰ ਲਖਵੀਰ ਸਿੰਘ ਲੱਖਾ, ਉਹਨਾਂ ਦੇ ਸਕੇ ਚਾਚਾ ਜੀ ਸਰਦਾਰ ਹਰੀ ਸਿੰਘ ਜੀ ਤੇ ਸਰਦਾਰ ਮੋਹਨ ਸਿੰਘ ਜੀ ਇੱਥੇ ਬੈਠੇ ਆ, ਉਹ ਆਪਣੇ ਮੂੰਹੋਂ ਇੱਕ ਗੱਲ ਕਹਿੰਦੇ ਆ ਕਿ ਜੇ ਪੁੱਤ ਕਪੁੱਤ ਹੋ ਜਾਵੇ ਤਾਂ ਉਹਦੇ ਨਾਲ ਰਹਿਣਾ ਔਖਾ ਹੁੰਦਾ। ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਆਹ ਘਲੋਟੀ ਘਟਾਣੀ ਜ਼ਿਆਦਾ ਦੂਰ ਨਾ ਜਾਓ, ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇੱਥੇ ਦੇ ਨਸ਼ਿਆਂ ਦੇ ਕੀ ਹਾਲਾਤ ਨੇ। ਕਿੰਨੇ ਨੌਜਵਾਨ ਮੈਂ ਆਪਣੇ ਅੱਖੀਂ ਦੇਖੇ ਨੇ ਨਸ਼ਿਆਂ ਤੇ ਲੱਗਦੇ, ਨਸ਼ਿਆਂ ਨਾਲ ਮਰਦੇ ਮੈਂ ਦੇਖੇ ਨੇ। ਆ ਤੁਹਾਡੇ ਘੜਾਣੀ ਨਗਰ ਦੀ ਇੱਕ ਗੱਲ ਆ,
ਮੈਨੂੰ ਰਿੰਮੀ ਘੁਡਾਣੀ ਤੇ ਕੁਲਵੰਤ ਸਿੰਘ ਜੀ ਕਹਿੰਦੇ ਵੀ ਆਪਣੇ ਇੱਕ ਡੈਥ ਹੋ ਗਈ ਨੌਜਵਾਨ ਦੀ, ਵੀ ਆਪਾਂ ਉੱਥੇ ਬੈਠਣ ਜਾਣਾ। ਤੇ ਜਦੋਂ ਅਸੀਂ ਆਪਣੀ ਸਾਰੀ ਟੀਮ ਦੇ ਨਾਲ ਉਹਨਾਂ ਦੇ ਘਰੇ ਗਰੀਬ ਪਰਿਵਾਰ, ਦਲਿਤ ਪਰਿਵਾਰ ਸੀ ਸਰਦਾਰ ਕੁਲਵੰਤ ਸਿੰਘ ਜੀ ਦੇ ਘਰ ਦੇ ਨਾਲ, ਜਦੋਂ ਅਸੀਂ ਉੱਥੇ ਘਰ ਗਏ ਤਾਂ ਮੈਂ ਮਾਤਾ ਜੀ ਨੂੰ ਪੁੱਛਿਆ ਕਿ ਮਾਤਾ ਜੀ ਕੀ ਗੱਲ ਹੋ ਗਈ, ਨੌਜਵਾਨ 20-22 ਸਾਲ ਦੇ ਦੀ ਡੈਥ ਹੋ ਗਈ, ਕੀ ਗੱਲ ਹੋ ਗਈ? ਤਾਂ ਬੀਬੀ ਬਜ਼ੁਰਗ ਨੇ ਕਿਹਾ, ਕਹਿੰਦੀ ਵੀ ਮੁੰਡਾ ਚਿੱਟਾ ਪੀਂਦਾ ਸੀ, ਓਵਰਡੋਜ਼ ਜ਼ਿਆਦਾ ਪੀ ਲਈ, ਉਹ ਮਰ ਗਿਆ। ਤੇ ਮੈਂ ਹੈਰਾਨ ਹੋਇਆ, ਮੈਂ ਕਿਹਾ ਵੀ ਗਰੀਬ ਪਰਿਵਾਰ ਆ, ਛੱਤਾਂ ਕੱਚੀਆਂ ਨੇ, ਇਹ ਤਾਂ ਪੋਸੀਬਲ ਨਹੀਂ, ਕਿਉਂਕਿ ਚਿੱਟਾ ਜਿਹੜਾ ਉਹ ਤਾਂ ਮਹਿੰਗਾ ਨਸ਼ਾ, ਵੱਧ ਪੈਸੇ ਲੱਗਦੇ ਆ। ਤੇ ਮੈਂ ਦੁਬਾਰਾ ਫੇਰ ਪੁੱਛਿਆ ਤਾਂ ਉਹਦਾ ਚਾਚਾ ਕੋਲ ਬੈਠਾ ਸੀ ਮੁੰਡੇ ਦਾ, ਉਹ ਕਹਿੰਦਾ ਵੀ ਇਹ ਪਲੰਬਰ ਸੀ, ਪਲੰਬਰ ਦਾ ਕੰਮ ਕਰਦਾ ਸੀ ਤੇ ਇਹ 3-4 ਵਜੇ ਨੂੰ ਇਹ ਜਦੋਂ 1000-1200 ਦੇ ਕੋਲ ਬਣ ਜਾਂਦਾ ਸੀ ਤਾਂ ਇਹ ਸਾਰੇ ਦਾ ਸਾਰਾ ਜੱਲੇ ਦੇ ਕੋਲ ਕਹਿੰਦੇ ਇੱਕ ਗੱਡੀ ਖੜਦੀ ਹੈ ਚਿੱਟੇ ਦੀ, ਸਾਡੇ ਪਿੰਡ ਵੀ ਆਉਂਦੀ ਹੈ, ਉੱਥੋਂ ਨਸ਼ਾ ਲੈ ਕੇ ਰੋਜ਼ ਪੀ ਲੈਂਦਾ। ਸੋ ਇਸ ਕਰਕੇ ਗਰੀਬ ਪਰਿਵਾਰਾਂ ਦੇ, ਦਲਿਤ ਪਰਿਵਾਰਾਂ ਦੇ ਮੁੰਡੇ ਵੀ ਇਹਨਾਂ ਨੇ ਨਸ਼ਿਆਂ ਤੇ ਲਾਤੇ। ਘਣਕਸ ਪਿੰਡ ਇੱਕ ਉੱਥੇ ਸਾਡਾ ਬਜ਼ੁਰਗ ਆ 100 ਸਾਲ ਦੇ ਕਰੀਬ, ਇਦਾਂ ਹੀ ਜਦੋਂ ਇਕੱਠ ਹੋਇਆ, ਇਕੱਠ ਤੋਂ ਬਾਅਦ ਉਹ ਉੱਠਿਆ ਤੇ ਕਹਿੰਦਾ ਮੈਂ 2 ਮਿੰਟ ਲਈ ਗੱਲ ਕਰਨੀ ਆ। ਉਹਨੇ ਪੂਰੇ ਪਿੰਡ ਵਾਲਿਆਂ ਨੂੰ ਕਿਹਾ ਕਿ ਵੀ ਮੁੜ ਕੇ ਲੱਖੇ ਨੂੰ MLA ਨਾ ਬਣਾ ਦਿਓ। ਕਹਿੰਦਾ ਵੀ ਜੇ ਲੱਖਾ ਦੁਬਾਰਾ MLA ਬਣ ਗਿਆ, ਸਕੂਲਾਂ ਦੇ ਜਵਾਕ ਤਾਂ ਸ਼ਰਾਬ ਪੀਣਗੇ ਹੀ ਪੀਣਗੇ, ਸਾਡੇ ਪਿੰਡਾਂ ਦੀਆਂ ਬੀਬੀਆਂ ਬੁੜੀਆਂ ਵੀ ਸ਼ਰਾਬ ਪੀਣ ਲੱਗ ਜਾਣਗੀਆਂ। ਸੋ ਇਦਾਂ ਦੇ ਹਾਲਾਤ ਨੇ ਸਾਡੇ ਹਲਕਾ ਪੈੜ ਦੇ। ਤੇ ਬਾਕੀ ਤੁਸੀਂ ਸੜਕਾਂ ਦਾ ਹਾਲ ਤਾਂ ਦੇਖਿਆ ਹੀ ਆ, ਕਿੰਨਾ ਮਾੜਾ ਹਾਲ ਆ, ਨਸ਼ਿਆਂ ਦਾ ਹਰ ਪੱਖੋਂ, ਡਿਵੈਲਪਮੈਂਟ ਪੱਖੋਂ ਹਰ ਤਰ੍ਹਾਂ ਦਾ ਫੇਲ ਹੋਇਆ। ਤੇ ਬਾਕੀ ਜਿਹੜੀ ਗੱਲ ਆ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ, ਦੋਵੇਂ ਪਾਰਟੀਆਂ ਪੰਜਾਬ ਦੀਆਂ ਜਨਮੀਆਂ ਪਾਰਟੀਆਂ ਨੇ, ਦੋਨਾਂ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ। ਤੇ ਦੋਨੇ ਪਾਰਟੀਆਂ, ਸਭ ਤੋਂ ਵੱਡੀ ਗੱਲ ਆ ਜਿਹੜੀ, ਦੋਨੇ ਪਾਰਟੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੀਆਂ ਪਾਰਟੀਆਂ ਨੇ। ਦੋਵੇਂ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੀਆਂ ਪਾਰਟੀਆਂ ਨੇ। ਸੋ ਇਸ ਕਰਕੇ ਜਿਹੜਾ ਗੱਠਜੋੜ ਹੋਇਆ, ਇਹ ਇੱਕ ਮਜ਼ਦੂਰਾਂ ਦਾ, ਕਿਰਤੀਆਂ ਦਾ, ਕਾਮਿਆਂ ਦਾ, ਕਿਸਾਨਾਂ ਦੇ ਨਾਲ ਗੱਠਜੋੜ ਹੋਇਆ। ਇੱਕ ਬਹੁਤ ਹੀ ਵਧੀਆ ਸਿਧਾਂਤਿਕ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਵਾਲਾ ਜਿਹੜਾ ਗੱਠਜੋੜ ਹੋਇਆ। ਆਪਾਂ ਸਾਰੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਜਿੱਥੇ ਸਾਨੂੰ ਇਸ ਗੱਠਜੋੜ ਦੀ ਹਮਾਇਤ ਕਰਨੀ ਚਾਹੀਦੀ ਆ, ਉੱਥੇ ਹੀ 4 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ, ਅਖਬਾਰਾਂ ਦੇ ਵਿੱਚ ਵੀ ਆਇਆ, ਮੀਡੀਆ ਵਿੱਚ ਵੀ ਆਇਆ ਕਿ ਪੰਜਾਬ ਦਾ ਇੱਕ, ਜਿੰਨੇ ਵੀ ਸਾਡੇ ਸੰਤ ਮਹਾਂਪੁਰਸ਼ ਨੇ ਸਾਰੇ ਇਕੱਠੇ ਹੋਏ, ਉਹਨਾਂ ਨੇ ਜਿੰਨੀਆਂ ਵੀ ਧਾਰਮਿਕ ਸਾਡੀਆਂ ਜਥੇਬੰਦੀਆਂ ਨੇ, ਜਿੰਨੀਆਂ ਵੀ ਟਕਸਾਲਾਂ, ਜਿੰਨੀਆਂ ਵੀ ਠਾਠਾਂ, ਸਾਰਿਆਂ ਦੇ ਜਿਹੜੇ ਸੰਤ ਮਹਾਂਪੁਰਸ਼ ਨੇ ਉਹ ਇਕੱਤਰ ਹੋਏ ਤੇ ਉੱਥੇ ਉਹਨਾਂ ਨੇ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਵੀ ਇਸ ਵਾਰ ਜਿਹੜਾ ਆਪਾਂ ਸਮਰਥਨ ਆ, ਕਿਉਂਕਿ ਅੱਜ ਤੱਕ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ, ਉਹਨਾਂ ਸਾਰਿਆਂ ਨੇ ਸਮਰਥਨ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਨੂੰ ਕੀਤਾ ਵੀ ਜੇਕਰ ਇਸ ਵਾਰ ਖੁੱਲ੍ਹ ਗਏ ਤਾਂ ਪੰਜਾਬ ਦੇ, ਪੰਜਾਬੀਆਂ ਦੇ ਸਿਰਾਂ ਦੀਆਂ ਜਿਹੜੀਆਂ ਪੱਗਾਂ ਨੇ ਉਹ ਨਹੀਂ ਰਹਿਣਗੀਆਂ। ਸੋ ਇਸ ਕਰਕੇ ਜਿੱਦਾਂ ਸਾਰੇ ਸੰਤਾਂ ਮਹਾਂਪੁਰਸ਼ਾਂ ਨੇ, ਸਾਰੀਆਂ ਟਕਸਾਲਾਂ ਨੇ, ਠਾਠਾਂ ਨੇ ਤੇ ਜਥੇਬੰਦੀਆਂ ਨੇ ਫੈਸਲਾ ਲਿਆ, ਉੱਥੇ ਆਪਣਾ ਵੀ ਫਰਜ਼ ਬਣਦਾ ਵੀ ਆਪਣਾ ਆਪਣੇ ਗੁਰੂਆਂ ਦੀ ਲਾਈਨ ਤੇ ਚੱਲ ਕੇ ਆਪਾਂ ਵੀ ਜਿਹੜਾ ਸਮਰਥਨ ਆ ਉਹ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਨੂੰ ਦਈਏ। ਤੇ ਦੂਜੀ ਗੱਲ, ਤੁਸੀਂ ਪਿੰਡਾਂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਪੋਸਟਰ ਲੱਗੇ ਹੋਏ ਨੇ 13-29 ਪ੍ਰੋਗਰਾਮ ਦੇ, ਜਿਹੜੇ ਕਿ ਪਾਰਟੀ ਵੱਲੋਂ ਲਾਏ ਗਏ ਨੇ। ਇਹ 13-29 ਪ੍ਰੋਗਰਾਮ ਦੇ ਵਿੱਚ 13 ਐਲਾਨ ਦੱਸੇ ਗਏ ਨੇ ਵੀ ਜਿਹੜੀਆਂ ਸਹੂਲਤਾਂ ਸਰਕਾਰ ਬਣਨ ਤੋਂ ਬਾਅਦ ਸਾਨੂੰ ਪੰਜਾਬੀਆਂ ਨੂੰ ਮਿਲਣੀਆਂ ਨੇ। ਸੋ ਹੁਣ ਗੱਲ ਇਹ ਆ ਵੀ 13-29 ਕਿਉਂ ਕਿਹਾ, 20 ਜਾਂ 50-29 ਕਿਉਂ ਨਹੀਂ ਕਿਹਾ? ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਦੋਨੇ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੀਆਂ ਪਾਰਟੀਆਂ ਨੇ। ਇਹਨਾਂ ਨੇ ਫੈਸਲਾ ਲਿਆ ਬਰਾਬਰਤਾ, ਜੋ ਵੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਆ ਵੀ ਸਾਰਿਆਂ ਨੂੰ ਸਾਂਝੀ ਵਾਲਤਾ, ਸਭੇ ਸਾਂਝੀ ਵਾਲ ਸਦੈਣ, ਕੋਈ ਨਾ ਦਿਸੇ ਵਾਰਾ ਜਿਓ। ਇਸੇ ਸੋਚ ਨੂੰ ਲਾਗੂ ਕਰਨ ਦੇ ਲਈ ਜਿੱਦਾਂ ਬਾਬਾ ਨਾਨਕ ਆਪਣੀ ਤੱਕੜੀ ਤੇ 13-13 ਤੋਲਦਾ ਸੀ, ਉਸੇ ਤਰ੍ਹਾਂ ਇਹ ਬਰਾਬਰਤਾ ਨੂੰ ਕਾਇਮ ਕਰਨ ਦੇ ਲਈ ਸਾਡੇ ਪੰਜਾਬ ਦੇ ਅੰਦਰ ਸਮਾਜਿਕ ਤੇ ਆਰਥਿਕ ਜਿਹੜੀ ਗੈਰ ਬਰਾਬਰਤਾ ਉਹਨੂੰ ਬਰਾਬਰ ਕਰਨ ਦੇ ਲਈ ਇਹ 13-29 ਪ੍ਰੋਗਰਾਮ ਆ। ਇਹ 13-29 ਪ੍ਰੋਗਰਾਮ ਸਾਰੇ ਵਰਗਾਂ ਲਈ ਬਰਾਬਰ ਆ, ਚਾਹੇ ਕੋਈ ਅਮੀਰ ਆ, ਗਰੀਬ ਆ, ਚਾਹੇ ਕੋਈ SC BC ਜਾਂ ਜਨਰਲ ਵਰਗ, ਇਹ ਸਹੂਲਤਾਂ ਸਾਰਿਆਂ ਨੂੰ ਬਰਾਬਰ ਮਿਲਣਗੀਆਂ। ਸੋ 13 ਸਹੂਲਤਾਂ ਦੱਸਣ ਤੋਂ ਪਹਿਲਾਂ ਵੀ ਕਿਹੜੀਆਂ ਨੇ, ਮੈਂ ਇੱਕ ਗੱਲ ਦੱਸਣੀ ਚਾਹੁੰਦਾ ਵੀ ਆਹ ਜਿਹੜਾ ਪਰਚੇ ਤੇ 13-29 ਪ੍ਰੋਗਰਾਮ ਲਿਖਿਆ ਹੋਇਆ, ਇਹ ਤੁਸੀਂ ਸਾਰਿਆਂ ਨੇ ਸਾਂਭ ਕੇ ਰੱਖਣਾ ਹੈ। ਕਿਉਂ ਸਾਂਭ ਕੇ ਰੱਖਣਾ? ਕਿਉਂਕਿ ਜਦੋਂ ਵੀ ਆ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਆ, ਪਟਵਾਰੀ ਆਪਣੇ ਸਨੀ ਸਾਡੇ ਸਰਪੰਚ ਸਾਹਿਬ ਬੈਠੇ ਨੇ, ਮੈਂਬਰ PSC ਹਰਜੀਵਨਪਾਲ ਸਿੰਘ ਜੀ ਗਿੱਲ, ਹੋਰ ਸਾਰੀ ਲੀਡਰਸ਼ਿਪ ਇੱਥੇ ਬੈਠੀ ਆ, ਜਦੋਂ ਵੀ ਦੁਬਾਰਾ ਵੋਟਾਂ ਮੰਗਣ ਆਈਏ ਤੁਹਾਡੇ ਕੋਲੋਂ ਤਾਂ ਪਰਚਾ ਦਿਖਾ ਦੇਣਾ ਸਾਰਿਆਂ ਨੇ। ਜੇ ਤਾਂ ਇਹਨਾਂ ਤੋਂ ਇੱਕ ਵੀ ਵਾਅਦਾ ਰਹਿੰਦਾ ਹੋਇਆ ਤਾਂ ਦੁਬਾਰਾ ਵੋਟਾਂ ਪਾਉਣ ਤੋਂ ਮਨਾ ਕਰ ਦਿਓ, ਸਾਫ਼ ਮਨਾ ਕਰ ਦਿਓ। ਜੇ ਸਾਰੇ ਵਾਅਦੇ ਪੂਰੇ ਹੋਏ ਤਾਂ ਅਸੀਂ ਵੋਟਾਂ ਮੰਗਣ ਦੇ ਹੱਕਦਾਰ ਹੋਵਾਂਗੇ ਤੇ ਵੋਟਾਂ ਲੈ ਕੇ ਜਾਵਾਂਗੇ। ਸੋ ਇਸ ਕਰਕੇ ਇਹ ਸਾਰੇ ਤੁਸੀਂ ਸਾਂਭ ਕੇ ਰੱਖਿਓ। ਤੇ ਬਾਕੀ ਜਿਹੜੀਆਂ ਸਹੂਲਤਾਂ ਨੇ ਮੈਂ 5-7 ਦੱਸਣਾ ਸਮਾਂ, ਕਿਉਂਕਿ ਮਕਸੂਦ ਦੇ ਬਹੁਤ ਵੱਡਾ ਇਕੱਠ ਹੋਇਆ, ਉੱਥੇ ਵਾਰ-ਵਾਰ ਫੋਨ ਆ ਰਹੇ ਨੇ। ਮੈਂ 5-7 ਗੱਲਾਂ ਦੱਸਦਾ, ਬਾਕੀ ਤੁਹਾਡੇ ਸਾਰਿਆਂ ਕੋਲ ਇਹ ਪਰਚਾ ਪਹੁੰਚਦਾ ਹੋ ਜਾਣਾ। ਸਰਪੰਚ ਸਾਹਿਬ ਪਹੁੰਚਦਾ ਕਰਨਗੇ ਦਿੱਲੀ ਜੀ। ਇਹਨਾਂ ਵਿੱਚ ਪਹਿਲਾ ਐਲਾਨ ਹੈਗਾ ਸਾਡੇ ਗਰੀਬ ਪਰਿਵਾਰਾਂ ਦੇ ਲਈ, ਜਿਨ੍ਹਾਂ ਦੇ ਨੀਲੇ ਕਾਰਡ ਬਣੇ ਹੋਏ ਆ।
ਜਿਨ੍ਹਾਂ ਪਰਿਵਾਰਾਂ ਦੇ ਨੀਲੇ ਕਾਰਡ ਬਣੇ ਹੋਇਆ ਉਹਨਾਂ ਪਰਿਵਾਰਾਂ ਦੀਆਂ ਜਿਹੜੀਆਂ ਬੀਬੀਆਂ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਉਹਨਾਂ ਨੂੰ ਹਰ ਮਹੀਨੇ ਰਸੋਈ ਦੇ ਖਰਚੇ ਲਈ 2000 ਰੁਪਇਆ ਮਿਲਿਆ ਕਰੂਗਾ ਸਰਕਾਰ ਵੱਲੋਂ ਤੇ ਸਾਲਾਨਾ ਬਣ ਜਾਣਾ ਉਹ 24,000। ਸੋ ਇਹਦੇ ਨਾਲ ਗਰੀਬ ਪਰਿਵਾਰਾਂ ਦੀ ਰਸੋਈ ਦਾ ਖਰਚਾ ਜਿਹੜਾ ਉਹ ਬਹੁਤ ਵਧੀਆ ਢੰਗ ਨਾਲ ਚੱਲੂਗਾ, ਉਹਨਾਂ ਨੂੰ ਕੋਈ ਰਸੋਈ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ। ਇਸੇ ਤਰ੍ਹਾਂ ਜਿਹੜਾ ਪੰਜਾਬ ਦੇ ਜਿੰਨੇ ਵੀ ਪਰਿਵਾਰ ਨੇ, ਚਾਹੇ ਕੋਈ SC ਪਰਿਵਾਰ ਆ, BC ਪਰਿਵਾਰ ਆ ਜਾਂ ਜਨਰਲ ਭਾਈਚਾਰੇ ਤੋਂ ਆ, ਹਰ ਪਰਿਵਾਰ ਦਾ 800 ਯੂਨਿਟ ਬਿਜਲੀ ਦਾ ਮੁਫਤ ਮਿਲੇਗਾ। 800 ਯੂਨਿਟ ਦਾ ਮਤਲਬ ਵੀ ਸਾਡੇ ਘਟਾਣੀ ਕਲਾਂ ਦੇ ਜਿੰਨੇ ਵੀ ਪਰਿਵਾਰ ਨੇ ਇਹਨਾਂ ਦਾ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਕਰੂਗਾ। ਸਾਨੂੰ ਸਿਰਫ ਬਿੱਲ ਆਇਆ ਕਰਨਾ, ਲਿਖ ਕੇ ਜ਼ੀਰੋ ਆਇਆ ਕਰੂਗਾ। ਸੋ ਇਹਦੇ ਨਾਲ ਬਹੁਤ ਵੱਡੀ ਰਾਹਤ ਸਾਡੇ ਪੰਜਾਬ ਵਾਸੀਆਂ ਨੂੰ ਮਿਲੇਗੀ। ਤੇ ਤੀਜਾ ਜਿਹੜਾ ਐਲਾਨ ਆ, ਜਿਹੜਾ ਸਭ ਤੋਂ ਵੱਡਾ ਮੈਂ ਮੰਨਦਾ, ਉਹ ਹੈਗਾ ਪੰਜਾਬੀਆਂ ਦੀ ਸਿਹਤ ਵਾਸਤੇ, ਪੰਜਾਬੀਆਂ ਦੇ ਇਲਾਜ ਵਾਸਤੇ, ਕਿਉਂਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਲੱਗਿਆ। ਅੱਜ ਤੱਕ ਪੂਰੇ ਵਰਲਡ ਦੇ ਵਿੱਚ ਕਿਸੇ ਨੇ ਐਡਾ ਵੱਡਾ ਬੀਮਾ ਯੋਜਨਾ ਸ਼ੁਰੂ ਨਹੀਂ ਕੀਤੀ, ਕਿਉਂਕਿ ਪੰਜਾਬ ਦੇ ਹਰ ਪਰਿਵਾਰ ਦਾ ਇੱਕ 10 ਲੱਖ ਦਾ ਬੀਮਾ ਹੋਏਗਾ, ਹਰ ਜੀ ਦਾ, ਹਰ ਪਰਿਵਾਰ ਦਾ, ਜਿਹਦੇ ਨਾਲ ਤੁਸੀਂ ਇੱਕ ਕਾਰਡ ਬਣੇਗਾ, ਹੈਲਥ ਕਾਰਡ। ਉਹ ਕਾਰਡ ਦੇ ਨਾਲ ਤੁਸੀਂ ਪੰਜਾਬ ਦੇ ਕਿਸੇ ਵੀ ਵੱਡੇ ਛੋਟੇ ਹਸਪਤਾਲ ਦੇ ਵਿੱਚ ਜਾ ਕੇ, ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ, ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਤੁਸੀਂ ਆਪਣਾ ਇਲਾਜ 10 ਲੱਖ ਤੱਕ ਦਾ ਮੁਫਤ ਕਰਾ ਸਕਦੇ ਹੋ। ਚਾਹੇ ਤੁਸੀਂ ਅਪੋਲੋ ਜਾਂ DMC ਜਾਂ ਕਿਸੇ ਵੀ ਫੋਰਟਿਸ ਵੱਡੇ ਹਸਪਤਾਲ 'ਚ ਵੀ ਜਾ ਕੇ ਤੁਸੀਂ ਇਲਾਜ ਕਰਾ ਸਕਦੇ ਹੋ। ਸੋ ਇਹਦੇ ਨਾਲ ਕੀ ਹੋਏਗਾ ਕਿ ਇੱਕ ਸਮਾਜ ਦੇ ਅੰਦਰ ਜਿਹੜੀ ਇਲਾਜ ਪ੍ਰਤੀ, ਸਿਹਤ ਪ੍ਰਤੀ ਗੈਰ ਬਰਾਬਰਤਾ, ਕਿਉਂਕਿ ਅਮੀਰਾਂ ਤੇ ਗਰੀਬਾਂ ਦੇ ਹਸਪਤਾਲ ਅਲੱਗ ਹੁੰਦੇ ਸੀ ਹੁਣ ਤੱਕ, ਹੁਣ ਸਾਡੇ ਮਜ਼ਦੂਰਾਂ ਦੇ ਤੇ ਗਰੀਬ ਕਿਸਾਨਾਂ ਦੇ ਇਲਾਜ ਆ ਜਿਹੜਾ ਉਹ ਇੱਕ ਛੱਤ ਥੱਲੇ ਹੋਇਆ ਕਰੂਗਾ। ਜਿੱਥੇ ਕਰੋੜਪਤੀਆਂ ਦਾ ਹੁੰਦਾ ਉੱਥੇ ਸਾਡੇ ਮਜ਼ਦੂਰਾਂ ਦਾ ਇਲਾਜ ਹੋਇਆ ਕਰੂਗਾ। ਸੋ ਇਹ ਬਹੁਤ ਵੱਡੀ ਰਾਹਤ ਦਾ ਕੰਮ ਆ। ਤੇ ਚੌਥਾ ਹੈਗਾ ਸਾਡੇ ਬੱਚਿਆਂ ਦੀ ਸਿੱਖਿਆ ਦੇ ਲਈ, ਕਿਉਂਕਿ ਤੁਸੀਂ ਪਿੰਡਾਂ ਦੇ ਵਿੱਚ ਇੱਕ ਗੱਲ ਦੇਖੀ ਹੋਣੀ ਆ ਵੀ ਸਾਡੇ ਪਿੰਡਾਂ ਦੇ ਜਿਹੜੇ ਨੌਜਵਾਨ ਵਿਦਿਆਰਥੀ ਨੇ 12ਵੀਂ ਜਾਂ BA ਤੋਂ ਬਾਅਦ ਉਹ IELTS ਕਰਕੇ ਵਿਦੇਸ਼ਾਂ 'ਚ ਪੜ੍ਹਾਈ ਕਰਨ ਜਾਂਦੇ ਆ। ਸਿਰਫ ਉਹੀ ਪਰਿਵਾਰ ਵਿਦੇਸ਼ਾਂ 'ਚ ਪੜ੍ਹਾਈ ਕਰ ਜਾਂਦੇ ਆ ਜਿਹੜੇ ਆਰਥਿਕ ਪੱਖੋਂ ਮਜ਼ਬੂਤ ਪਰਿਵਾਰ ਆ, ਤੇ ਪਰ ਜਿਹੜੇ ਸਾਡੇ ਗਰੀਬ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਪਰਿਵਾਰ ਨੇ ਉਹ ਵਿਚਾਰੇ ਤਰਸਦੇ ਰਹਿੰਦੇ ਆ, ਕਿਉਂਕਿ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਕੈਨੇਡਾ ਜਾਣ ਲਈ ਜਾਂ ਕਿਤੇ ਵੀ ਵਿਦੇਸ਼ ਪੜ੍ਹਾਈ ਕਰਨ ਲਈ। ਸੋ ਇਸ ਗੈਰ ਬਰਾਬਰਤਾ ਨੂੰ ਖਤਮ ਕਰਨ ਦੇ ਲਈ ਦੋਨੇ ਪਾਰਟੀ ਪ੍ਰਧਾਨਾਂ ਨੇ ਇੱਕ ਐਲਾਨ ਕੀਤਾ ਵੀ ਅਗਰ ਤੁਹਾਡੀ ਕਿਰਪਾ ਨਾਲ ਸਰਕਾਰ ਬਣ ਜਾਂਦੀ ਆ ਤਾਂ ਜੇ ਕੋਈ ਗਰੀਬ ਵਿਦਿਆਰਥੀ ਵੀ ਕੈਨੇਡਾ 'ਚ ਜਾ ਕੇ ਪੜ੍ਹਾਈ ਕਰਨਾ ਚਾਹੂਗਾ ਤਾਂ ਉਹਦੀ 10 ਲੱਖ ਦੀ ਫੀਸ ਵੀ ਬਿਨਾਂ ਵਿਆਜ ਤੇ ਬਿਨਾਂ ਗਾਰੰਟੀ ਤੋਂ ਸਰਕਾਰ ਭਰਿਆ ਕਰੂਗੀ। ਸੋ ਇਹ ਦੇਖੋ ਕਿੰਨੇ ਵੱਡਾ ਐਲਾਨ ਆ। ਇਸ ਐਲਾਨ ਤੋਂ ਬਾਅਦ ਤੁਸੀਂ 3 ਮਹੀਨੇ ਬਾਅਦ ਦੇਖੋਗੇ ਵੀ ਮਜ਼ਦੂਰਾਂ ਦੇ ਦਿਹਾੜੀਦਾਰ ਪਰਿਵਾਰਾਂ ਦੇ ਬੱਚੇ ਵੀ ਕੈਨੇਡਾ ਦੇ ਵਿੱਚ ਜਾ ਕੇ ਪੜ੍ਹਾਈ ਕਰਿਆ ਕਰਨਗੇ ਤੇ 3 ਮਹੀਨੇ ਬਾਅਦ ਸਾਡੇ ਕੋਲ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ। ਇਸੇ ਤਰ੍ਹਾਂ ਬੇਰੁਜ਼ਗਾਰੀ ਕਾਰਨ ਨਸ਼ਿਆਂ ਦੇ ਆਦੀ ਹੋ ਜਾਂਦੇ ਆ, ਕੁਝ ਸੰਗਤ ਨਾਲ ਜਾਂ ਕੁਝ ਸਰਕਾਰ ਦੇ ਸਿਸਟਮ ਦੇ ਨਾਲ, ਕਿਉਂਕਿ ਨੌਜਵਾਨ ਪੜ੍ਹ ਲਿਖ ਜਾਂਦੇ ਆ, ਉਹਨਾਂ ਨੂੰ ਉੱਪਰ ਉੱਠਣ ਦਾ ਕਦੇ ਮੌਕਾ ਨਹੀਂ ਮਿਲਿਆ, ਅੱਜ ਤੱਕ ਬਰਾਬਰ ਉੱਠਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਨੌਜਵਾਨਾਂ ਦੀ ਇੱਛਾ ਹੁੰਦੀ ਹੈ ਵੀ ਮੈਂ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਾਂ, ਕੋਈ ਦੁਕਾਨਦਾਰੀ ਸ਼ੁਰੂ ਕਰਾਂ ਜਾਂ ਕੋਈ ਸ਼ੋਰੂਮ ਖੋਲ ਸ਼ੁਰੂ ਕਰਾਂ ਜਾਂ ਕੋਈ ਘਰ ਦੇ ਵਿੱਚ ਛੋਟੀ ਮੋਟੀ ਮਸ਼ੀਨਰੀ ਲਾ ਕੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਾਂ, ਪਰ ਪੈਸੇ ਦੀ ਘਾਟ ਕਰਕੇ ਉਹ ਵਿਚਾਰਿਆਂ ਨੂੰ ਕਦੇ ਉੱਪਰ ਉੱਠਣ ਦਾ ਮੌਕਾ ਹੀ ਨਹੀਂ ਮਿਲਿਆ। ਸੋ ਇਸ ਗੈਰ ਬਰਾਬਰਤਾ ਨੂੰ ਖਤਮ ਕਰਨ ਦੇ ਲਈ ਪਿੰਡਾਂ ਦੇ ਸ਼ਹਿਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਮੌਕਾ ਦੇਣ ਦੇ ਲਈ ਸਰਕਾਰ ਵੱਲੋਂ ਐਲਾਨ ਕੀਤਾ ਗਿਆ। ਸਰਕਾਰ ਆਉਣ ਦੇ ਉੱਪਰ ਹਰ ਨੌਜਵਾਨ ਨੂੰ 5 ਲੱਖ ਨੌਜਵਾਨਾਂ ਨੂੰ ਇੱਕ ਮੌਕਾ ਮਿਲੂਗਾ, 5 ਲੱਖ ਦੀ ਮਾਲੀ ਮਦਦ ਦਿੱਤੀ ਜਾਊਗੀ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਲਈ। ਉਹ ਕੋਈ ਵੀ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ। ਸੋ ਇਦਾਂ ਦੇ ਐਲਾਨ ਨੇ 1 ਲੱਖ ਸਰਕਾਰੀ ਨੌਕਰੀਆਂ, 10 ਲੱਖ ਪ੍ਰਾਈਵੇਟ ਨੌਕਰੀਆਂ ਤੇ ਜਿੰਨੇ ਵੀ ਪੰਜਾਬ ਦੇ ਅੱਜ ਤੱਕ ਕੱਚੇ ਮੁਲਾਜ਼ਮ ਨੇ ਸਾਰੇ ਦੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ। ਤੇ ਜਿੰਨੇ ਵੀ ਪੰਜਾਬ ਦੇ ਅੰਦਰ ਪ੍ਰਾਈਵੇਟ ਨੌਕਰੀਆਂ ਨੇ ਜਿਹੜੀਆਂ ਉਹ ਚਾਈਨਾ ਮਾਡਲ ਦੇ ਉੱਪਰ, ਜਿੱਦਾਂ ਸਮਾਲ ਸਕੇਲ ਇੰਡਸਟਰੀ ਮੈਂ ਪਹਿਲਾਂ ਹੀ ਦੱਸਿਆ ਕਿ ਛੋਟੀ ਇੰਡਸਟਰੀ ਨੂੰ ਪ੍ਰਮੋਟ ਕਰਕੇ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੱਡਾ ਮੌਕਾ ਦਿੱਤਾ ਜਾਊਗਾ। ਤੇ ਇਸੇ ਤਰ੍ਹਾਂ ਇਹ 13 ਪ੍ਰੋਗਰਾਮ ਨੇ, ਇਹ ਸਾਰੇ ਤੁਸੀਂ ਆਪ ਪੜ੍ਹਦੇ ਆ ਤੇ ਸਮਝਾਉਣੇ ਆ। ਤੇ ਕੱਲੇ ਕੱਲੇ ਪਰਿਵਾਰ ਦੇ ਜਿੰਨੇ ਵੀ ਇੱਥੇ ਮਾਤਾਵਾਂ ਭੈਣਾਂ ਬੈਠੀਆਂ ਨੇ, ਬੇਨਤੀ ਹੈ ਵੀ ਤੁਸੀਂ ਇੱਕ ਇੱਕ ਭੈਣ ਜਿਹੜੀ ਸਾਡੀ ਮਾਂ ਬੈਠੀ ਆ ਉਹ ਕੱਲੇ ਕੱਲੇ ਹੀ ਜਾਣੀ 10-10 ਪਰਿਵਾਰਾਂ ਨੂੰ ਜਾ ਕੇ ਦੱਸੇ ਜਿਹੜੀਆਂ ਇੱਥੇ ਨਹੀਂ, ਜਿਹੜੇ ਪਰਿਵਾਰ ਨਹੀਂ ਇੱਥੇ ਆਏ, ਤਾਂ ਜੋ ਆਪਾਂ ਜਿਹੜੀ ਸਰਕਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਬਣਾ ਸਕੀਏ। ਸੋ ਇਸ ਕਰਕੇ ਜਿਹੜਾ ਪੈਲ ਦੇ ਅੰਦਰ ਚੋਣ ਨਿਸ਼ਾਨ ਆਪਾਂ ਸਾਰੇ ਧਿਆਨ ਰੱਖਿਓ ਵੀ ਆਪਣਾ ਚੋਣ ਨਿਸ਼ਾਨ ਇਸ ਵਾਰ ਹਾਥੀ ਆ, ਚੋਣ ਨਿਸ਼ਾਨ ਹਾਥੀ ਆ ਜਿਹੜਾ। ਤੇ ਖੁਸ਼ੀ ਦੀ ਗੱਲ ਇਹ ਆ ਵੀ ਮਸ਼ੀਨ ਦੇ ਉੱਪਰ ਆਪਣਾ ਬਟਨ ਵੀ ਪਹਿਲਾਂ ਹੀ ਆ, ਆਪਾਂ ਪਹਿਲਾ ਬਟਨ ਹਾਥੀ ਵਾਲਾ ਦਬਾ ਕੇ ਵੱਡੀ ਤੋਂ ਵੱਡੀ ਲੀਡ ਨਾਲ ਆਪਾਂ ਇਹ ਸੀਟ ਜਿੱਤ ਕੇ ਪਾਰਟੀ ਹਾਈਕਮਾਂਡ ਦੀ ਝੋਲੀ ਪਾਉਣੀ ਆ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਾਂ ਹੀ ਮੁੱਖ ਮੰਤਰੀ ਬਣਾ ਸਕਾਂਗੇ ਜੇ ਇੱਕ ਸੀਟ ਆਪਾਂ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ। ਸੋ ਇੰਨਾ ਕੁਝ ਕਹਿੰਦਾ ਹੋਇਆ ਕਿਉਂਕਿ ਸਮਾਂ ਵੀ ਬਹੁਤ ਹੋ ਗਿਆ। ਸਾਰੀਆਂ ਮੈਂ ਖਾਸ ਤੌਰ ਤੇ ਮੇਰੀਆਂ ਮਾਤਾਵਾਂ ਭੈਣਾਂ ਦਾ ਤੇ ਇੱਥੇ ਬੈਠੇ ਬਜ਼ੁਰਗਾਂ ਦਾ ਤੇ ਸਾਰੀ ਸੀਨੀਅਰ ਲੀਡਰਸ਼ਿਪ ਦਾ
ਧੰਨਵਾਦ ਕਰਦਾ ਹੋਇਆ ਰਜਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੌਜਵਾਨ ਨੇ ਵੀ ਆ ਗਿਆ ਲੱਡੂ ਵਾਲੇ ਡੱਬੇ ਚੱਕੋ, ਜਿਵੇਂ ਬੀਬੀਆਂ ਜਾਂ ਨੌਜਵਾਨ ਬੈਠੇ ਭਾਈ ਸਾਰਿਆਂ ਨੂੰ ਲੱਡੂਆਂ ਦਾ ਮੂੰਹ ਮਿੱਠਾ ਕਰਾਓ। ਇੱਥੇ ਆਉਣ ਤੇ ਜਿੰਨੇ ਵੀ ਬਹੁਜਨ ਸਮਾਜ ਪਾਰਟੀ ਤੋਂ ਜਾਂ ਅਕਾਲੀ ਦਲ ਤੋਂ ਆਏ ਨੇ ਨਗਰ ਦੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ, ਡਾਕਟਰ ਜਸਪ੍ਰੀਤ ਸਿੰਘ ਬੀਜਾ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅਕਾਲੀ ਦਲ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ, ਡਾਕਟਰ ਜਸਪ੍ਰੀਤ ਸਿੰਘ ਬੀਜਾ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਕਰ ਲਿਓ ਜੀ। ਡਾਕਟਰ ਜਸਪ੍ਰੀਤ ਬੀਜਾ ਜਿੰਦਾਬਾਦ।